ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਓ ਗੁਰ ਹਿਰਦੇ ਧਿਆਵਾ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬੇਗਨਨ ਕੇ ਨਾਸ਼ਕ ਬੇਗਨਨ ਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵੇਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ। ਭੀਮ ਚੰਦ ਕਹਿ ਲੂਰੀਆ ਸੇਲ ਨਰਿੰਦ ਬਲੰਦ। ਸੁਨ ਸਤਿਗੁਰ ਕੇ ਸੁਜਸ ਕੋ ਹਿਰਦੇ ਵਿਸਾਲ ਆਨੰਦ। ਭੀਮ ਚੰਦ ਕਹਿ ਲੂਰੀਆ ਸੇਲ ਨਰਿੰਦ ਬਲੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਸਾਜੀ ਔਰ ਨਿਵਾਜੀ ਹੋਈ ਗੁਰਮੁਖ ਮਾਈ ਭਾਈ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰੂ ਜੀ ਕਾ ਖਾਸ ਰੂਪ ਸੁੰਦਰ ਸਰੂਪ ਸਾਧ ਸੰਗਤ ਜੀ। ਆਪ ਸਰਬ ਬੜ ਭਾਗੇ ਹੋ ਜੋ ਕੇ ਵਾਲੀਏ ਦੋ ਜਹਾਂ ਦੀਨ ਦੁਨੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗਰੀਬ ਨਵਾਜ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨਾ ਕਮਲਾਂ ਪਾਸ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦੀ ਦਿਆਲਤਾ ਹੋਈ ਹੈ। ਗੁਰੂ ਕੇ ਹਜ਼ੂਰ ਦੀਵਾਨ ਸਜੇ ਹਨ। ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਸਤਿਗੁਰਾਂ ਦੇ ਹਜ਼ੂਰ ਪਵਿੱਤਰ ਗੁਰਬਾਣੀ ਪੜ੍ਹੀ ਸੁਣੀ ਗਈ ਹੈ। ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਦਇਆ ਕੀਤੀ ਹੈ। ਕੁਝ ਸਮਾਂ ਗੁਰੇ ਇਤਿਹਾਸ ਦੀ ਪਵਿੱਤਰ ਵਿਚਾਰ ਨਾਲ ਜੁੜਨ ਦਾ ਸਾਨੂੰ ਪ੍ਰਾਪਤ ਹੋਇਆ ਹੈ। ਸੋ ਆਓ ਰਲ ਮਿਲ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਜੋ ਪਾਵਨ ਪਵਿੱਤਰ ਜੀਵਨ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਨੇ, ਰਲ ਮਿਲ ਕੇ ਵਿਚਾਰਨ ਪੜ੍ਹਨ ਸੁਣਨ ਦਾ ਯਤਨ ਕਰੀਏ। ਪਿਛਲੇ ਸਮੇਂ ਦੌਰਾਨ ਅਸੀਂ ਸਾਰਿਆਂ ਨੇ ਸਰਵਣ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਗੁਰਸਿੱਖਾਂ ਨੂੰ ਹੁਕਮ ਕਰਕੇ ਰਣਜੀਤ ਨਗਾਰਾ ਤਿਆਰ ਕਰਵਾਇਆ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਗਾਰਾ ਤਿਆਰ ਕਰਵਾਉਣ ਦੀ ਗੱਲ ਮਾਤਾ ਜੀਆਂ ਨੂੰ ਪਤਾ ਲੱਗੀ ਮਸੰਦਾਂ ਦੁਆਰਾ, ਤੇ ਮਾਤਾ ਗੁਜਰੀ ਜੀ ਨੇ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਮਝਾਇਆ ਵੀ ਮਹਾਰਾਜ ਤੁਸੀਂ ਆਪਣੀ ਮੌਜ ਵਿੱਚ ਸ਼ਿਕਾਰ ਆਦਿਕ ਖੇਡਦੇ ਰਹੋ, ਤੁਸੀਂ ਆ ਨਗਾਰਾ ਨਾ ਬਣਵਾਓ, ਨਗਾਰਾ ਨਾ ਵਜਾਉਣਾ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਫ਼ ਕਹਿ ਦਿੱਤਾ ਸੀ, ਮਾਤਾ ਜੀ ਅਸੀਂ ਕਿਹੜਾ ਕਿਸੇ ਤੋਂ ਡਰਦੇ ਹਾਂ, ਅਸੀਂ ਕਿਸੇ ਦਾ ਭੈ ਨਹੀਂ ਰੱਖਦੇ, ਸਾਨੂੰ ਅਕਾਲ ਪੁਰਖ ਜੀ ਦੀ ਆਗਿਆ ਹੈ, ਅਸੀਂ ਉਹਦੇ ਹੁਕਮ ਦੇ ਅੰਦਰ ਹੀ ਸਾਰਾ ਕਾਰਜ ਕਰਦੇ ਹਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਬੜੇ ਵੀਰ ਰਸ ਵਿੱਚ ਆ ਕੇ ਭਾਈ ਨੰਦ ਚੰਦ ਨੂੰ ਨਗਾਰਾ ਤਿਆਰ ਕਰਾਉਣ ਦਾ ਹੁਕਮ ਕੀਤਾ ਸੀ। ਸੋ ਭਾਈ ਨੰਦ ਚੰਦ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਨਗਾਰਾ ਤਿਆਰ ਹੈ। ਅਗਲੀ ਸਵੇਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਭਾਈ ਨਗਾਰਾ ਜਿਹੜਾ ਘੋੜੇ ਤੇ ਕਸਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ 9 ਗੁਰੂ ਸਾਹਿਬਾਨਾਂ ਨੂੰ ਯਾਦ ਕਰਦਿਆਂ ਅਰਦਾਸ ਬੇਨਤੀ ਕੀਤੀ ਤੇ ਫਿਰ ਨਗਾਰੇ ਤੇ ਚੋਟਾਂ ਲਗਵਾਈਆਂ। ਤੇ ਜਦੋਂ ਭਾਈ ਨਗਾਰੇ ਤੇ ਚੋਟਾਂ ਲੱਗੀਆਂ, ਜਿੰਨੇ ਲਾਗੇ ਦੇ ਮਨੁੱਖ ਸਨ ਸਾਰੇ ਇਕੱਠੇ ਹੋ ਕੇ ਮਹਾਰਾਜ ਦੇ ਦਰਸ਼ਨਾਂ ਵਾਸਤੇ ਆਏ। ਕੜਾਹ ਪ੍ਰਸ਼ਾਦ ਦੀ ਦੇਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੁਕਮ ਕਰਕੇ ਸੰਗਤਾਂ ਵਿੱਚ ਵਰਤਵਾ ਦਿੱਤੀ ਤੇ ਗੁਰੂ ਕੇ ਸਿੱਖ ਭਾਈ ਕੜਾਹ ਪ੍ਰਸ਼ਾਦ ਦੀ ਦੇਗ ਛਕ ਕਰਕੇ ਬੜੇ ਆਨੰਦ ਪ੍ਰਸੰਨ ਹੋਏ। ਇਸ ਤੋਂ ਬਾਅਦ ਭਾਈ ਸਤਿਗੁਰਾਂ ਦਾ ਘੋੜਾ ਸਜ ਕੇ ਤਿਆਰ ਹੋ ਕੇ ਆ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੋਹਣੇ ਵਸਤਰ ਸੋਹਣੇ ਸ਼ਸਤਰ ਆਪਣੇ ਤਨ ਤੇ ਸਜਾਏ ਹੈ। ਕਵੀ ਜੀ ਨੇ ਜ਼ਿਕਰ ਕੀਤਾ ਵੀ ਤਲਵਾਰ ਤੇ ਭੱਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੀਰਾਂ ਦਾ ਭਰਿਆ ਹੋਇਆ ਆਪਣੇ ਕਮਰ ਕਸੇ ਕਸਣਾ ਕੀਤਾ ਹੈ। ਉਸ ਤੋਂ ਬਾਅਦ ਕਮਾਨ ਸਖਤ ਆਕਾਰ ਦੀ ਬਣੀ ਸਖਤ ਕਮਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਵਿੱਤਰ ਕਰ ਕਮਲਾਂ ਵਿੱਚ ਹੱਥਾਂ ਵਿੱਚ ਪਕੜਨਾ ਕੀਤੀ ਹੈ। ਘੋੜਾ ਤਿਆਰ ਹੋ ਕੇ ਆ ਗਿਆ। ਸਤਿਗੁਰੂ ਚੱਲ ਕੇ ਘੋੜੇ ਦੇ ਪਾਸ ਗਏ, ਘੋੜੇ ਦੀ ਰਕਾਬ ਵਿੱਚ ਪੈਰ ਰੱਖਿਆ ਤੇ ਮਹਾਰਾਜ ਪਲਾਕੀ ਮਾਰ ਕੇ ਘੋੜੇ ਤੇ ਅਸਵਾਰ ਹੋ ਗਏ। ਜਦੋਂ ਨਗਾਰੇ ਤੇ ਦੋਹਰੀਆਂ ਚੋਪਾਂ ਲੱਗੀਆਂ ਤੇ ਫਿਰ ਮਹਾਰਾਜ ਜੀਆਂ ਦਾ ਇੱਛਾ ਸਤਿਗੁਰਾਂ ਦੀ ਜਾਣ ਕੇ ਜਿਹੜੇ ਸਮੂਹ ਸੂਰਬੀਰ ਹਨ ਉਹ ਵੀ ਸਤਿਗੁਰਾਂ ਦੇ ਨਾਲ ਹੋ ਕੇ ਚੱਲੇ। ਸ਼ਿਕਾਰ ਖੇਡਣ ਵਾਸਤੇ ਮਹਾਰਾਜ ਜਾ ਰਹੇ ਨੇ। ਅਨੰਦਪੁਰ ਸਾਹਿਬ ਦੇ ਜਿੰਨੇ ਵੀ ਮਨੁੱਖ ਇਸਤਰੀਆਂ ਹਨ ਉਹ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜ਼ਾਹਰਾ ਰੂਪ ਜਾਣ ਕੇ ਦਰਸ਼ਨ ਕਰ ਰਹੇ ਹੈ। ਜ਼ਾਹਰ ਪ੍ਰਗਟ ਤੌਰ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਪਰਮੇਸ਼ਰ ਰੂਪ ਹੋ ਕੇ ਸੰਗਤਾਂ ਨੂੰ ਦੀਦਾਰ ਬਖਸ਼ ਰਹੇ ਨੇ। ਮਹਾਰਾਜ ਸ਼ਿਕਾਰ ਖੇਡਣ ਵਾਸਤੇ ਗਏ। ਸੰਘਣੇ ਜੰਗਲ ਵਿੱਚ ਜਾ ਕੇ ਮਹਾਰਾਜ ਨੇ ਅਨੇਕ ਪੰਛੀਆਂ ਦਾ ਪਸ਼ੂਆਂ ਦਾ ਸ਼ਿਕਾਰ ਕੀਤਾ। ਮ੍ਰਿਗ ਆਦਿਕ ਮਾਰੇ ਸਤਿਗੁਰਾਂ ਨੇ, ਕਈਆਂ ਨੂੰ ਤੀਰਾਂ ਨਾਲ ਮਾਰਿਆ, ਕਈਆਂ ਨੂੰ ਰਾਈਫਲ ਨਾਲ ਮਾਰ ਕੇ ਮਹਾਰਾਜ ਨੇ ਉਹਨਾਂ ਦਾ ਕਲਿਆਣ ਕੀਤਾ, ਉਧਾਰ ਕੀਤਾ। ਕਵੀ ਜੀ ਨੇ ਜ਼ਿਕਰ ਕੀਤਾ ਵੀ ਜਿਤਨੇ ਵੀ ਭਾਈ ਇਹ ਜਾਨਵਰ ਪਸ਼ੂ ਪੰਛੀ ਮਹਾਰਾਜ ਦੇ ਹੱਥੋਂ ਮਰੇ ਸਭ ਦੀ ਕਲਿਆਣ ਹੋ ਗਈ, ਸਾਰੇ ਬੈਕੁੰਠ ਧਾਮ ਨੂੰ ਚਲੇ ਗਏ। ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗਲ ਵਿੱਚ ਵਿਚਰ ਰਹੇ ਨੇ ਆਪਣੀ ਮੌਜ ਵਿੱਚ। ਜਦੋਂ ਇੱਕ ਪਹਾੜੀ ਤੇ ਪਹੁੰਚੇ ਸਤਿਗੁਰਾਂ ਨੇ ਆਪਣੇ ਨਗਾਰਚੀ ਸਿੱਖ ਨੂੰ ਹੁਕਮ ਕੀਤਾ ਵੀ ਭਾਈ ਨਗਾਰੇ ਤੇ ਜ਼ੋਰ ਨਾਲ ਬਲ ਨਾਲ ਦੋਹਰੀਆਂ ਜਿਹੜੀਆਂ ਚੋਟਾਂ ਲਗਾਈਆਂ ਜਾਣ, ਚੋਬਾਂ ਲਗਾਈਆਂ ਜਾਣ। ਸਤਿਗੁਰੂ ਦਾ ਹੁਕਮ ਪਾ ਕੇ ਜਿਹੜਾ ਗੁਰੂ ਕਾ ਨਗਾਰਚੀ ਭਾਈ ਲੱਖਾ ਸਿੰਘ ਉਹਨੇ ਦੋਹਰੀਆਂ ਚੋਬਾਂ ਭਾਈ ਨਗਾਰੇ ਤੇ ਲਗਾਈਆਂ, ਜਿਹਦੀ ਆਵਾਜ਼ ਬੱਦਲ ਵਾਂਗ ਗਰਜੀ ਹੈ। ਜਿੰਨੇ ਚਾਰੇ ਦਿਸ਼ਾਵਾਂ ਵਿੱਚ ਸਾਰੇ ਪਹਾੜਾਂ ਵਿੱਚ ਆਵਾਜ਼ ਗਰਜੀ ਜਦੋਂ ਨਗਾਰੇ ਦੀ। ਇੱਧਰ ਕਹਿਲੂਰ ਦਾ ਰਾਜਾ ਭੀਮ ਚੰਦ ਬਿਲਾਸਪੁਰ ਆਇਆ ਹੋਇਆ ਸੀ ਭਾਈ। ਇਹਨੇ ਮਹਾਰਾਜ ਦੇ ਜਦੋਂ ਨਗਾਰੇ ਦੀ ਚੋਟ ਸੁਣੀ ਤੇ ਇਹਦਾ ਵੀ ਦਿਲ ਦਹਿਲ ਗਿਆ, ਹਿਰਦਾ ਕੰਬ ਗਿਆ ਇਹਦਾ। ਇਹਨੇ ਬੜੇ ਧਿਆਨ ਨਾਲ ਉਧਰ ਨੂੰ ਕੰਨ ਕਰਕੇ ਜਿੱਧਰੋਂ ਆਵਾਜ਼ ਸੁਣੀ ਹੈ ਨਗਾਰੇ ਦੀ ਆਵਾਜ਼ ਨੂੰ ਸੁਣਨਾ ਕੀਤਾ ਹੈ। ਫਿਰ ਭਾਈ ਆਪਣੇ ਵਜ਼ੀਰ ਨੂੰ ਇਹਨੇ ਪੁੱਛਿਆ ਬਈ ਆਪਣੇ ਇਲਾਕੇ ਦਾ ਤੇ ਕੋਈ ਰਾਜੇ ਦਾ ਇਹ ਨਗਾਰਾ ਨਹੀਂ, ਇਹ ਤੇ ਨਵੀਂ ਆਵਾਜ਼ ਸੁਣਾਈ ਪੈਂਦੀ ਹੈ, ਕੌਣ ਹੈ ਜਿਹੜਾ ਨਗਾਰੇ ਤੇ ਚੋਟਾਂ ਲਗਾਉਂਦਾ ਫਿਰ ਰਿਹਾ? ਫਿਰ ਇਹਦਾ ਵਜ਼ੀਰ ਸੀ ਭਾਈ ਦੇਵੀਦਾਸ, ਉਹਨੇ ਰਾਜੇ ਭੀਮ ਚੰਦ ਨੂੰ ਦੱਸਿਆ, ਸਮਝਾਇਆ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਪੋਤਰੇ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਉੱਪਰ ਵਿਰਾਜਮਾਨ ਹਨ, ਇਹ ਨਗਾਰਾ ਉਹਨਾਂ ਦਾ ਹੈ। ਉਹ ਸਤਿਗੁਰੂ ਆਪਣੀ ਮੌਜ ਵਿੱਚ ਜੰਗਲ ਵਿੱਚ ਵਿਚਰਦੇ ਆ, ਸ਼ਿਕਾਰ ਖੇਡਦੇ ਇੱਧਰ ਨੂੰ ਆਏ ਹੈ ਤੇ ਉਹਨਾਂ ਨੇ ਨਗਾਰੇ ਤੇ ਚੋਟਾਂ ਲਗਾਈਆਂ। ਮੈਂ ਸੁਣਿਆ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜ਼ਾਹਰਾ ਆਪ ਪਰਮੇਸ਼ਰ ਰੂਪ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੁਰਤਾ ਗੱਦੀ ਉੱਪਰ ਸੁਭਾਏ ਮਾਨ ਹਨ। ਜਿਸ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਵਡਿਆਈ ਦਸੇ ਦਿਸ਼ਾਵਾਂ ਵਿੱਚ ਪ੍ਰਗਟ ਹੈ। ਇਸ ਤਰ੍ਹਾਂ ਭਾਈ ਵਜ਼ੀਰ ਨੇ ਭੀਮ ਚੰਦ ਰਾਜੇ ਦੇ ਅੱਗੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਵਡਿਆਈ ਕੀਤੀ। ਫਿਰ ਰਾਜੇ ਭੀਮ ਚੰਦ ਨੂੰ ਮਹਾਰਾਜ ਦੀ ਵਡਿਆਈ ਸਮਝਾਉਂਦਿਆਂ ਵੀ ਸਤਿਗੁਰੂ ਸ਼ਾਸਤਰ ਵਿਦਿਆ ਦੇ ਬੜੇ ਅਭਿਆਸੀ ਨੇ, ਤੀਰ ਕਮਾਨ ਚਲਾਉਣ ਵਿੱਚ ਬੜੇ ਨਿਪੁੰਨ ਹਨ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੀ ਕਮਾਨ ਚਲਾਉਂਦੇ ਹੈ
ਉਸ ਕਮਾਨ ਨੂੰ ਚਲਾਉਣ ਦੀ ਕੋਈ ਹੋਰ ਸੂਰਮਾ ਇੱਛਾ ਵੀ ਨਹੀਂ ਰੱਖ ਸਕਦਾ। ਇੱਦਾਂ ਦੀ ਵਡਿਆਈ ਕੀਤੀ। ਫਿਰ ਰਾਜੇ ਭੀਮ ਚੰਦ ਨੂੰ ਮਹਾਰਾਜ ਜੀਆਂ ਦੀ ਮਹਿਮਾ ਵਡਿਆਈ ਸੁਣਾਉਂਦਿਆਂ ਬਚਨ ਕੀਤੇ ਵੀ ਲੋਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਉਂ ਜਾਣਦੇ ਆ ਜਿਵੇਂ ਤ੍ਰੇਤੇ ਤੇ ਦੁਆਪਰ ਯੁੱਗ ਦੇ ਅਵਤਾਰ ਸ੍ਰੀ ਭਗਵਾਨ ਰਾਮ ਜੀ ਤੇ ਕ੍ਰਿਸ਼ਨ ਭਗਵਾਨ ਜੀ ਹੋਏ, ਵੀ ਉਹਨਾਂ ਦੇ ਸਦਾਰਸੀ ਮਹਾਰਾਜ ਦੀ ਵਡਿਆਈ ਹੈ, ਸੋਭਾ ਹੈ। ਤੇ ਨਾਲ ਹੀ ਭਾਈ ਵਜ਼ੀਰ ਦੇਵੀਦਾਸ ਨੇ ਭੀਮ ਚੰਦ ਨੂੰ ਸਮਝਾਇਆ ਬਈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮੇਲ ਮਿਲਾਪ ਕਰ ਲਵੇ, ਜਿਹਦੇ ਨਾਲ ਜਦੋਂ ਲੋੜ ਪਵੇਗੀ ਸਾਡਾ ਕਾਜ ਸਰੇਗਾ। ਕਿਸੇ ਨਾਲ ਜੰਗ ਜਦੋਂ ਹੋਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੀ ਸਹਾਇਤਾ ਕਰਨਗੇ। ਇਉਂ ਭਾਈ ਮੰਤਰੀ ਦੇ ਪਾਸੋਂ ਮਹਾਰਾਜ ਦੀ ਵਡਿਆਈ ਸੁਣ ਕੇ ਰਾਜੇ ਭੀਮ ਚੰਦ ਦੇ ਹਿਰਦੇ ਵਿੱਚ ਸਤਿਗੁਰਾਂ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਹੋਈ ਸੀ। ਆਪਾਂ ਇਹ ਪ੍ਰਸੰਗ ਪਿਛਲੇ ਸਮੇਂ ਦੌਰਾਨ ਸਰਵਣ ਕਰ ਰਹੇ ਸੀ। ਆਓ ਅਗਲਾ ਪ੍ਰਸੰਗ ਲੜੀ ਜੋੜਦੇ ਹਾਂ, ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਵਰਣਨ ਕਰਦੇ ਨੇ। ਰਲ ਮਿਲ ਕੇ ਵਿਚਾਰਨ ਪੜ੍ਹਨ ਸੁਣਨ ਦਾ ਯਤਨ ਕਰੀਏ। ਮਨ ਦੇ ਟਿਕਾਓ ਵਾਸਤੇ ਇੱਕ ਵਾਰ ਸਾਰੇ ਜਪੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਹਿਬ ਜੀਓ। ਦੋਹਰਾ ਭੀਮ ਚੰਦ ਕਹਿ ਲੂਰੀਆ ਸੈਲ ਨਰਿੰਦ ਬੁਲੰਦ। ਕਵੀ ਸੰਤੋਖ ਸਿੰਘ ਜੀ ਇਸ ਅਧਿਆਇ ਦੀ ਅੰਸ਼ੂ ਦੀ ਆਰੰਭਤਾ ਕਰਦੇ ਆ, ਜ਼ਿਕਰ ਕਰਦੇ ਆ ਵੀ ਜਿਹੜਾ ਰਾਜਾ ਭੀਮ ਚੰਦ ਕਹਿਲੂਰ ਦੂਣ ਦਾ ਰਾਜਾ ਹੈ, ਸ਼ੈਲ ਨਰਿੰਦ ਬਿਰੰਦ, ਇਹ ਪਹਾੜੀ, ਬਾਕੀ ਜਿਹੜੇ ਪਹਾੜੀ ਰਾਜੇ ਨੇ ਭਾਈ ਬਾਈ ਧਾਰ ਦੇ, ਇਹਨਾਂ ਸਾਰਿਆਂ ਵਿੱਚੋਂ ਵੱਡਾ ਰਾਜਾ ਹੈ। ਸੁਨ ਸਤਿਗੁਰ ਕੇ ਸੁਜਸ ਕੋ ਹਿਰਦੇ ਵਿਸਾਲ ਆਨੰਦ। ਇਹਨੇ ਭਾਈ ਆਪਣੇ ਵਜ਼ੀਰ ਦੇਵੀਦਾਸ ਦੇ ਕੋਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸ੍ਰੇਸ਼ ਜਸ ਸੁਣਿਆ। ਸ੍ਰੇਸ਼ ਜਸ ਸੁਣ ਕੇ ਹਿਰਦੇ ਵਿੱਚ ਬੜਾ ਆਨੰਦ ਪ੍ਰਸੰਨ ਹੋਇਆ ਹੈ। ਚੌਪਈ ਸਚੀਵਨ ਸੰਗ ਮੰਤਰ ਪੁਨ ਕਰਿਓ, ਸੰਧ ਵਿਖੇ ਗੁਣ ਬ੍ਰੰਦ ਵਿਚਰਿਓ। ਇਹਨੇ ਭਾਈ ਫਿਰ ਰਾਜੇ ਭੀਮ ਚੰਦ ਨੇ ਆਪਣੇ ਅਹਿਲਕਾਰਾਂ ਮੰਤਰੀਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ, ਵਿਚਾਰ ਕੀਤੀ ਹੈ, ਔਰ ਸੰਧ ਵਿਖੇ ਗੁਣ ਬ੍ਰਿੰਦ ਵਿਚਰਿਓ। ਰਾਜੇ ਭੀਮ ਚੰਦ ਨੇ ਵਿਚਾਰਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨਾਲ ਜੇ ਸੰਧੀ ਹੋ ਜਾਵੇ ਤੇ ਇਹ ਸਾਡੇ ਲਈ ਸੁਖਦਾਈ ਹੈ, ਗੁਣਕਾਰੀ ਹੈ। ਸੁਨਹੁ ਵਜ਼ੀਰ ਪ੍ਰਥਮ ਤਹਿ ਜਾਈਐ, ਭੇਦ ਸਕਲ ਬਾਤਨ ਤੇ ਪਈਐ। ਇਹ ਰਾਜੇ ਭੀਮ ਚੰਦ ਨੇ ਵਜ਼ੀਰ ਦੇਵੀਦਾਸ ਨੂੰ ਪਹਿਲਾ ਹੁਕਮ ਕੀਤਾ, ਕਹਿਣ ਲੱਗਾ ਵਜ਼ੀਰ ਮੇਰੀ ਗੱਲ ਸੁਣ, ਪਹਿਲਾਂ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਜਾ ਕੇ ਆ ਸ਼੍ਰੀ ਅਨੰਦਪੁਰ ਸਾਹਿਬ ਵਿਖੇ, ਫਿਰ ਉੱਥੋਂ ਦਾ ਸਾਰਾ ਭੇਦ ਲੈ ਕਰਕੇ ਉਹ ਭੇਦ ਮੈਨੂੰ ਦੱਸਣਾ ਕਰ। ਹਮ ਕੰਨੈ ਕਹੋ ਟੇਕਨ ਮਾਥਾ, ਪੁਨ ਗੁਰ ਸਾਥ ਮੇਲ ਕੀ ਗਾਥਾ। ਫਿਰ ਸਾਡੇ ਵੱਲੋਂ ਰਾਜਾ ਭੀਮ ਚੰਦ ਕਹਿੰਦਾ ਵਜ਼ੀਰ ਨੂੰ, ਮੇਰੇ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਣਾ ਕਰੀ, ਵੀ ਸਤਿਗੁਰੂ ਜੀ ਸਾਡਾ ਰਾਜਾ ਭੀਮ ਚੰਦ ਤੁਹਾਨੂੰ ਮੱਥਾ ਟੇਕਦਾ ਹੈ, ਪੁਨ ਗੁਰ ਸਾਥ ਮੇਲ ਕੀ ਗਾਥਾ। ਫਿਰ ਸਾਡੇ ਮਿਲਣ ਦੀ, ਰਾਜਾ ਭੀਮ ਚੰਦ ਕਹਿੰਦਾ ਮੇਰੇ ਮਿਲਣ ਦੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮੈਂ ਮਿਲਣਾ ਚਾਹੁੰਦਾ, ਇਹ ਜਿਹੜੀ ਗਾਥਾ ਗੱਲਬਾਤ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਕਰਨਾ ਕਰੀ। ਅਪਰ ਨਰੇਸ਼ਨ ਸ਼ਮ ਹਮ ਨਾਹੀ, ਸਦਾ ਬਾਸ ਬਾਸ ਹੈ ਪੁਰ ਪਾਹੀ। ਤੇ ਰਾਜੇ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹੀਂ ਰਾਜਾ ਭੀਮ ਚੰਦ ਤੁਹਾਡੇ ਨਾਲ ਮੇਲ ਜੋਲ ਚਾਹੁੰਦਾ ਹੈ, ਤੁਸੀਂ ਕਿਰਪਾ ਕਰੋ। ਰਾਜਾ ਭੀਮ ਚੰਦ ਅਪਰ ਨਰੇਸ਼ਨ ਸਮ ਹਮ ਨਾਹੀ, ਅਸੀਂ ਹੋਰ ਰਾਜਿਆਂ ਵਰਗੇ ਨਹੀਂ ਆ, ਜਿਵੇਂ ਬਾਕੀ ਰਾਜੇ ਨੇ ਉਹਨਾਂ ਵਰਗਾ ਸਾਡਾ ਸੁਭਾਅ ਨਹੀਂ। ਸਦਾ ਬਾਸ ਬਾਸ ਹੈ ਪੁਰ ਮਾਹੀ, ਤੇ ਅਸੀਂ ਤੇ ਸਦਾ ਹੀ ਆਪ ਜੀ ਦੇ ਨਗਰ ਦੇ ਭਾਵ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਨਾਲ ਹੀ ਵਸਦੇ ਹਾਂ। ਸਾਡਾ ਨਗਰ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਹੀ ਹੈ ਸਾਡਾ ਰਾਜ। ਅਨਕ ਵਿਦਨ ਕੇ ਰਾਜਨ ਕਾਜ, ਪਰ ਹੈ ਆਨ ਜੁਤ ਜਮੂ ਚਮੂ ਸਮਾਜ। ਇਸ ਕਰਕੇ ਮਹਾਰਾਜ ਅਨਕ ਤਰ੍ਹਾਂ ਦੇ ਜਿਹੜੇ ਕੰਮ ਕਾਜ ਨੇ ਉਹ ਰਾਜਿਆਂ ਮਹਾਰਾਜਿਆਂ ਨੂੰ ਆਪਸ ਵਿੱਚ ਪੈਂਦੇ ਰਹਿੰਦੇ ਆ, ਜ਼ਰੂਰਤ ਪੈਂਦੀ ਰਹਿੰਦੀ ਇੱਕ ਦੂਸਰੇ ਦੀ। ਤੇ ਪਰ ਹੈ ਆਨ ਜੁਤ ਚਮੂ ਸਮਾਜ, ਹੋ ਸਕਦਾ ਤੁਹਾਨੂੰ ਸਾਡੀ ਜ਼ਰੂਰਤ ਪੈ ਜਾਵੇ ਤੇ ਸਾਨੂੰ ਤੁਹਾਡੀ ਜ਼ਰੂਰਤ ਪਵੇ। ਜ਼ਰੂਰਤ ਵਿੱਚ ਹੋ ਸਕਦਾ ਤੁਹਾਨੂੰ ਸਾਡੀ ਸੈਨਾ ਦੀ ਸਹਾਇਤਾ ਦੀ ਲੋੜ ਪੈ ਜਾਵੇ, ਸਾਨੂੰ ਤੁਹਾਡੀ ਸੈਨਾ ਦੀ ਸਹਾਇਤਾ ਦੀ ਲੋੜ ਪੈ ਜਾਵੇ। ਇਦਾਂ ਦੇ ਕੰਮ ਕਾਜ ਰਾਜੇ ਮਹਾਰਾਜਿਆਂ ਵਿੱਚ ਆਪਸ ਵਿੱਚ ਲੋੜ ਪੈਂਦੀ ਹੀ ਰਹਿੰਦੀ ਹੈ। ਸੰਤ ਕਰੇ ਸੁਧਰ ਹੈ ਦੋਹੰਗੌਰ, ਕਾਲ ਸਕੈ ਨਹਿ ਸਤਰ ਜੋਰ। ਇਸ ਤਰ੍ਹਾਂ ਰਾਜਾ ਭੀਮ ਚੰਦ ਵਜ਼ੀਰ ਦੇਵੀਦਾਸ ਨੂੰ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹੀਂ ਸੰਧ ਕਰੇ ਸੁਧ ਰਹਿ ਦੋਹੰ ਹੋਰ, ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਜੇ ਭੀਮ ਚੰਦ ਦੇ ਨਾਲ ਜੇ ਤੁਹਾਡੀ ਸੰਧੀ ਹੋ ਜਾਵੇ, ਮੇਲ ਮਿਲਾਪ ਹੋ ਜਾਵੇ ਨਾ, ਤੇ ਸਾਡਾ ਦੋਨਾਂ ਦਾ ਕਾਰਜ ਸੁਧਰ ਜਾਵੇਗਾ। ਆਪਸ ਵਿੱਚ ਸਾਨੂੰ ਜਿਹੜੀ ਜ਼ਰੂਰਤ ਪਏਗੀ ਇੱਕ ਦੂਸਰੇ ਨਾਲ, ਉਹ ਸਾਡੀ ਪੂਰਤੀ ਹੁੰਦੀ ਰਹੇਗੀ। ਤੇ ਇਸ ਕਰਕੇ ਜਦੋਂ ਸਾਡੀ ਦੋਹਾਂ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਰਾਜੇ ਭੀਮ ਚੰਦ ਜੀ ਦੀ ਜਿਹੜੀ ਸੰਧੀ ਹੈ, ਇਹ ਜਦੋਂ ਆਪਸ ਵਿੱਚ ਹੋ ਜਾਏਗੀ, ਵਜ਼ੀਰ ਭੀਮ ਚੰਦ ਕਹਿੰਦਾ ਤੂੰ ਕਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਜਦੋਂ ਤੁਹਾਡੀ ਆਪਸ ਵਿੱਚ ਬਣ ਜਾਵੇਗੀ ਗੱਲਬਾਤ, ਫਿਰ ਜਿਹੜਾ ਕੋਈ ਵੈਰੀ ਹੈ ਨਾ ਉਹ ਸਾਡੇ ਤੇ ਜ਼ੋਰ ਅਜਮਾਇਸ਼ ਨਹੀਂ ਕਰ ਸਕਦਾ, ਕੋਈ ਵੈਰੀ ਚੜ ਕੇ ਨਹੀਂ ਆਏਗਾ। ਸਭ ਹੀ ਰੀਤ ਹੋਏ ਹਮ ਆਸੇ, ਬਨ ਹੈ ਸਹਾਇਕ ਜਬ ਹੂੰ ਵਾਸੇ। ਇਸ ਤਰ੍ਹਾਂ ਸਰਬ ਰੀਤੀ ਕਰਕੇ
ਇਹ ਜਿਹੜਾ ਸਾਡੀ ਆਪਸੀ ਮੇਲ ਜੋਲ ਹੈ ਉਹ ਚੰਗਾ ਹੋਏਗਾ। ਸਰਬ ਰੀਤੀ ਕਰਕੇ ਸਾਡੇ ਕਾਰਜ ਪੂਰੇ ਹੋਣਗੇ, ਸੁਧਰਨਗੇ। ਬਨੇ ਸਹਾਇਕ ਜਬ ਹੂੰ ਬਾਛੇ, ਜਦੋਂ ਤੁਹਾਨੂੰ ਸਾਡੀ ਲੋੜ ਹੋਏਗੀ ਅਸੀਂ ਤੁਹਾਡੀ ਸਹਾਇਤਾ ਕਰ ਦਿਆ ਕਰਾਂਗੇ, ਜਦੋਂ ਸਾਨੂੰ ਤੁਹਾਡੀ ਲੋੜ ਹੋਏਗੀ ਉਦੋਂ ਤੁਸੀਂ ਸਾਡੀ ਸਹਾਇਤਾ ਕਰ ਦਿਆ ਕਰਿਓ। ਇਸ ਤਰ੍ਹਾਂ ਸਾਡੇ ਜਿਹੜੇ ਕਾਜ ਨੇ ਇੱਕ ਦੂਸਰੇ ਦੇ ਅਸੀਂ ਸਹਾਇਕ ਬਣ ਜਾਵਾਂਗੇ। ਜੇ ਸਨਮਾਨ ਹੈ ਮੋਹਿ ਮਲਾਪ, ਪਹੁੰਚ ਆਪ ਕੀ ਲੀਜੈ ਥਾਪ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਜਾ ਭੀਮ ਚੰਦ ਵਜ਼ੀਰ ਦੇਵੀਦਾਸ ਨੂੰ ਕਹਿੰਦਾ ਹੈ ਵੀ ਸਤਿਗੁਰਾਂ ਨੂੰ ਜਾ ਕੇ ਕਹੀਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੇ ਸਨਮਾਨ ਨਾਲ ਮੇਰੇ ਨਾਲ ਮੇਲ ਮਿਲਾਪ ਕਰ ਲੈਣ ਤਾਂ ਪਹੁੰਚ ਆਪ ਕੀ ਲੀਜੈ ਥਾਪ। ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਪਹੁੰਚ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਮੇਲ ਮਿਲਾਪ ਕਰ ਲਵਾਂਗਾ, ਸਤਿਗੁਰਾਂ ਦਾ ਦਰਸ਼ਨ ਕਰਕੇ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰ ਲਵਾਂਗਾ। ਆਪਨੋ ਓਜ ਪ੍ਰਤਾਪ ਦਿਖਾਵੋ, ਨ੍ਰਿਪ ਸਭ ਤੇ ਵਡਿਆਈ ਬਤਾਵੋ। ਤੇ ਰਾਜਾ ਭੀਮ ਚੰਦ ਇਉਂ ਵੀ ਕਹਿੰਦਾ ਆਪਣੇ ਵਜ਼ੀਰ ਨੂੰ, ਕਹਿੰਦਾ ਆਪਣੋ ਓਜ ਪ੍ਰਤਾਪ ਦਿਖਾਵੋ। ਓਜ ਨਾਮ ਹੁੰਦਾ ਬਲ ਦਾ, ਪ੍ਰਤਾਪ ਨਾਮ ਤੇਜ ਦਾ, ਵੀ ਆਪਣਾ ਬਲ ਤੇਜ ਜਿਹੜਾ ਹੈ ਪਹਿਲਾਂ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਾਡੇ ਵੱਲੋਂ ਆਪਣਾ ਬਲ ਤੇਜ ਦਿਖਾਉਣਾ ਹੈ। ਨ੍ਰਿਪ ਸਭ ਤੇ ਵਡਿਆਈ ਬਤਾਵੋ, ਤੇ ਸਰਬ ਪ੍ਰਕਾਰ ਕਰਕੇ ਰਾਜਾ ਭੀਮ ਚੰਦ ਕਹਿੰਦਾ ਮੇਰੀ ਵਡਿਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਜਾ ਕੇ ਕਰਨੀ ਹੈ ਤੂੰ। ਇਤਿਆਦਿਕ ਕਹਿ ਅਨਕ ਪ੍ਰਕਾਰੀ, ਪਠਿਓ ਵਜ਼ੀਰ ਗਰੇਸ ਹੰਕਾਰੀ। ਕਵੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਇਸ ਤੋਂ ਆਦ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਮਝਾ ਕੇ ਰਾਜੇ ਭੀਮ ਚੰਦ ਨੇ ਦੇਵੀਦਾਸ ਵਜ਼ੀਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲ ਭੇਜਿਆ ਹੈ। ਪਠਿਓ ਵਜ਼ੀਰ ਗਰੇਸ਼ ਹੰਕਾਰੀ, ਗਰੇਸ਼ ਕਹੀਏ ਪਹਾੜੀ ਰਾਜਾ ਭੀਮ ਚੰਦ ਜਿਹੜਾ ਹੰਕਾਰੀ ਹੈ, ਬੜੇ ਅਭਿਮਾਨ ਵਾਲਾ ਹੈ, ਉਹਨੇ ਸਮਝਾ ਬੁਝਾ ਕੇ ਆਪਣੇ ਵਜ਼ੀਰ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲ ਭੇਜਣਾ ਕੀਤਾ ਹੈ। ਮਾਨਵ ਵਰਿੰਦ ਸੰਗ ਕਰ ਦੀਨੇ, ਰਾਜਤ ਲਸਟ ਕਰ ਗਹਿ ਲੀਨੇ। ਇਸ ਤਰ੍ਹਾਂ ਭਾਈ ਮਾਨਵ ਵਰਿੰਦ ਸੰਗ ਕਰ ਲੀਨੇ, ਬਹੁਤੇ ਮਨੁੱਖ ਰਾਜੇ ਭੀਮ ਚੰਦ ਦੇ ਵਜ਼ੀਰ ਨੇ ਆਪਣੇ ਨਾਲ ਲੈ ਲਏ ਤੇ ਰਾਜਤ ਲਸਟਕਾ ਕਰ ਗਹਿ ਲੀਨੇ। ਇਹ ਜਿਹੜੇ ਮਨੁੱਖ ਹਨ ਭਾਈ ਉਹ ਚਾਂਦੀ ਦੀਆਂ ਸੋਨੇ ਦੀਆਂ ਬਣੀਆਂ ਹੋਈਆਂ ਚੋਬਾਂ ਉਹਨਾਂ ਨੇ ਆਪਣੇ ਹੱਥ ਵਿੱਚ ਪਕੜਨਾ ਕੀਤੀਆਂ ਹਨ। ਗਮਨਿਓ ਚੜ ਸੁੰਦਰ ਚੰਪਾਨ, ਚਲੇ ਟਲੇਤ ਸ਼ਾਸਤਰ ਤਰਪਾਨ। ਹਾਂ, ਟਲੈਤ ਸ਼ਾਸਤਰ ਧਰਪਾਨ। ਇਸ ਤਰ੍ਹਾਂ ਕਵੀ ਜੀ ਕਹਿੰਦੇ ਭਾਈ ਇਹ ਜਿਹੜਾ ਵਜ਼ੀਰ ਹੈ ਨਾ ਦੇਵੀਦਾਸ, ਇਹ ਪਹਾੜੀ ਰਾਜੇ ਦੀ ਜਿਹੜੀ ਪਾਲਕੀ ਹੁੰਦੀ ਉਹਨੂੰ ਚੰਪਾਨ ਲਿਖਿਆ ਕਵੀ ਜੀ ਨੇ, ਵੀ ਪਾਲਕੀ ਵਿੱਚ ਬੈਠ ਕੇ ਚੱਲਿਆ ਹੈ ਤੇ ਚੱਲੇ ਟਲੈਤ ਸ਼ਾਸਤਰ ਧਰਪਾਨ। ਤੇ ਜਿਹੜੇ ਇਹਦੇ ਨਾਲ ਦੇ ਸੈਨਿਕ ਸਾਥੀ ਹਨ ਉਹ ਹੱਥ ਵਿੱਚ ਢਾਲਾਂ ਤਲਵਾਰਾਂ ਸ਼ਾਸਤਰ ਪੜ ਕੇ ਚੱਲੇ ਹਨ ਨਾਲ। ਉਤ ਪ੍ਰਸੰਗ ਨ੍ਰਿਪ ਕੋ ਤਿਸ ਪੇਰਾ, ਇਤ ਸਤਿਗੁਰ ਬਹੁ ਖੇਲ ਅਖੇਰਾ। ਇਧਰ ਤਾਂ ਭਾਈ ਇਹ ਰਾਜੇ ਭੀਮ ਚੰਦ ਦਾ ਪ੍ਰਸੰਗ ਹੈ। ਕਵੀ ਜੀ ਕਹਿੰਦੇ ਤੁਹਾਨੂੰ ਸੁਣਾਉਣਾ ਕੀਤਾ ਸਰੋਤਾ ਜਨਾ, ਇਹ ਪ੍ਰਸੰਗ ਰਾਜੇ ਭੀਮ ਚੰਦ ਦਾ ਹੈ। ਤੇ ਇਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਬਹੁਤ ਪ੍ਰਕਾਰ ਕਰਕੇ ਸ਼ਿਕਾਰ ਆਦਿਕ ਖੇਡਦੇ ਹਨ ਰੋਜ਼। ਹਟੇ ਬਜਤ ਰਣਜੀਤ ਨਗਾਰਾ, ਦੁਗਨ ਵੀਰ ਰਸ ਸੁਭਟਨ ਧਾਰਾ। ਇਉਂ ਕਵੀ ਜੀ ਕਹਿੰਦੇ ਇਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪਣਾ ਸ਼ਿਕਾਰ ਆਦਿਕ ਖੇਡਿਆ। ਜਦੋਂ ਮਹਾਰਾਜ ਜੀਆਂ ਦੀ ਮੌਜ ਹੋਈ ਵਾਪਸ ਆਉਣ ਦੀ ਤੇ ਫਿਰ ਸਤਿਗੁਰੂ ਰਣਜੀਤ ਨਗਾਰੀ ਨੂੰ ਵਜਾਉਂਦੇ ਸ੍ਰੀ ਅਨੰਦਪੁਰ ਸਾਹਿਬ ਨੂੰ ਵਾਪਸ ਆ ਗਏ। ਤੇ ਜਿਹੜੇ ਗੁਰੂ ਕੇ ਸੂਰਮੇ ਹਨ, ਦੁਗਨ ਵੀਰ ਰਸ ਸੁਭਟਨ ਧਾਰਾ, ਸੂਰਮਿਆਂ ਨੇ ਅੱਗੇ ਨਾਲੋਂ ਬਹੁਤਾ ਵੀਰ ਰਸ ਜਿਹੜਾ ਹੈ ਧਾਰਨ ਕੀਤਾ ਹੈ। ਦਿਨ ਪ੍ਰਤੀ ਅਦਕ ਪ੍ਰਤਾਪ ਸਮਾਜਾ, ਜਿਸ ਪ੍ਰਕਾਰ ਹੋਏ ਕੋ ਬੜ ਰਾਜਾ। ਇਸ ਤਰ੍ਹਾਂ ਭਾਈ ਦਿਨ ਪ੍ਰਤੀ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਦਾ ਬਲ ਤੇਜ ਪ੍ਰਤਾਪ ਬਹੁਤਾ ਵੱਧ ਰਿਹਾ ਹੈ। ਸਾਜੋ ਸਮਾਨ ਸ਼ਾਸਤਰ ਆਦਿਕ ਦੇ ਵਿੱਚ ਬਹੁਤਾ ਵਾਧਾ ਹੋ ਰਿਹਾ ਹੈ। ਜਿਸ ਪ੍ਰਕਾਰ ਹੋਏ ਕੋ ਬੜ ਰਾਜਾ, ਜਿਵੇਂ ਕੋਈ ਵੱਡਾ ਰਾਜਾ ਹੁੰਦਾ ਹੈ ਨਾ, ਇਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੇਜ ਪ੍ਰਤਾਪ ਹੈ। ਸ਼ਾਸਤਰ ਪ੍ਰਹਾਰਨ ਬਾਤਨ ਕਰਤੇ, ਚਲਤ ਸਮੁਖ ਪੁਰ ਆਨੰਦ ਨਿਹਰਤੇ। ਇਉਂ ਕਵੀ ਜੀ ਕਹਿੰਦੇ ਸ਼ਾਸਤਰ ਪਹਾਰਨ ਬਾਤਨ ਕਰਤੇ, ਇਉਂ ਪਹਾੜਾਂ ਵਿੱਚ ਵਿਚਰਦਿਆਂ ਸ਼ਾਸਤਰਾਂ ਦੇ ਵਾਰ ਆਦਿਕ ਕਰਦਿਆਂ ਜਾਂ ਸ਼ਾਸਤਰ ਅਭਿਆਸ ਕਰਦਿਆਂ ਸ਼ਾਸਤਰ ਚਲਾਉਂਦਿਆਂ ਗੱਲਾਂ ਬਾਤਾਂ ਕਰਦਿਆਂ ਗੁਰੂ ਕੇ ਸੂਰਮਿਆਂ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਚੱਲੇ ਜਾ ਰਹੇ ਨੇ। ਚਲਤ ਸਮੁਖ ਪੁਰ ਆਨੰਦ ਨਿਹਰਤੇ, ਚੱਲਦੇ ਚੱਲਦੇ ਸਾਹਮਣੇ ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਨੇ ਤੱਕਣਾ ਦੇਖਣਾ ਕੀਤਾ ਹੈ। ਸਕਰੇ ਬਾਜ ਸਵਾਨ ਸਮੁਦਾਏ, ਮੀਰ ਸਕਾਰ ਧਾਏ ਅਗਵਾਏ। ਇਉਂ ਕਵੀ ਜੀ ਜ਼ਿਕਰ ਕਰਦੇ ਆ ਸ਼ਿਕਰੇ ਬਾਜ ਸਵਾਨ ਸਮੁਦਾਏ, ਮੀਰ ਸ਼ਿਕਾਰ ਧਾਏ ਅਗਵਾਏ। ਜਿਹੜੇ ਮੀਰ ਸ਼ਿਕਾਰੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਲ, ਉਹਨਾਂ ਨੇ ਭਾਈ ਸਿਕੜੇ ਆਦਿਕ, ਬਾਜ ਆਦਿਕ, ਸਵਾਨ ਨਾਮ ਕੁੱਤੇ ਦਾ ਆਦਿਕ, ਸ਼ਿਕਾਰੀ ਕੁੱਤੇ, ਇਹ ਸਾਰੇ ਜਿੰਨੇ ਨਾਲ ਹਨ ਉਹਨਾਂ ਨੂੰ ਅੱਗੇ ਅੱਗੇ ਦੜਾਉਣਾ ਕੀਤਾ ਹੈ। ਦੜਾ ਕੇ ਜਿਹੜਾ ਹੈ ਉਹ ਸ਼ਿਕਾਰ ਨੂੰ ਢੂੰਡਦੇ ਹਨ ਅੱਗੇ ਹੋ ਕਰਕੇ। ਉਡਤ ਧੂਰ ਸਾਧਿਓ ਅਸਮਾਨ, ਆਨ ਪਹੁੰਚੇ ਕਿਰਪਾ ਨਿਧਾਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਇਉਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਮੂਹ ਸੈਨਿਕਾਂ ਦੇ ਨਾਲ ਚੱਲਦੇ ਹੋਏ
ਸ਼ਿਕਾਰ ਖੇਡ ਕੇ ਵਾਪਸ ਸ੍ਰੀ ਅਨੰਦਪੁਰ ਸਾਹਿਬ ਨੂੰ ਆ ਰਹੇ ਆ ਨਾ, ਤੇ ਘੋੜਿਆਂ ਦੀਆਂ ਪੈੜਾਂ ਦੇ ਨਾਲ ਜਿਹੜੀ ਧੂੜ ਹੈ ਨਾ ਭਾਈ ਗਰਦ, ਉਹ ਅਸਮਾਨ ਨੂੰ ਛਾ ਗਈ, ਅਸਮਾਨ ਨੂੰ ਢੱਕ ਰਹੀ ਹੈ। ਤੇ ਆਨ ਪਹੁੰਚੇ ਕਿਰਪਾ ਨਿਧਾਨ, ਕਿਰਪਾ ਦੇ ਖਜ਼ਾਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸ਼ਿਕਾਰ ਖੇਡ ਕੇ ਸ੍ਰੀ ਅਨੰਦਪੁਰ ਸਾਹਿਬ ਵਾਪਸ ਆ ਪਹੁੰਚੇ ਹਨ। ਸੁਨ ਦੁੰਦਬ ਤੁਨ ਨਰ ਗਨ ਨਾਰੀ, ਹਿਤ ਦੇਖਨ ਕੇ ਨਿਕਸ ਅਗਾਰੀ। ਇਉਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆ ਰਹੇ ਨੇ, ਸੁਨ ਦੁੰਦਬ ਤੁਨ ਨਰ ਗਨ ਨਾਰੀ, ਨਗਾਰੇ ਦੀ ਆਵਾਜ਼ ਮਨੁੱਖਾਂ ਇਸਤਰੀਆਂ ਨੇ ਸੁਣੀ ਹੈ ਬਹੁਤੀ ਗਿਣਤੀ ਵਿੱਚ। ਹਿਤ ਦੇਖਣ ਕੇ ਨਿਕਸ ਅਗਾਰੀ, ਉਹ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਨਗਾਰੇ ਨੂੰ ਵੇਖਣ ਵਾਸਤੇ, ਸੂਰਮਿਆਂ ਨੂੰ ਵੇਖਣ ਵਾਸਤੇ ਆਪਣੇ ਘਰਾਂ ਵਿੱਚੋਂ ਨਿਕਲ ਕੇ ਅੱਗੇ ਹੋ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੇ। ਬੀਚ ਦਰੀਚੀ ਕੋ ਥਿਰ ਦਵਾਰੇ, ਉਦਤ ਮੁਦਤ ਜਨ ਬਦਤ ਨਿਹਾਰੇ। ਹਾਂ, ਇਹ ਤਾਂ ਕਵੀ ਜੀ ਜ਼ਿਕਰ ਕਰਦੇ ਆ ਵੀ ਬੀਚ ਦਰੀਚੀ ਕੋ ਥਿਰ ਦੁਆਰੇ, ਕੋਈ ਭਾਈ ਆਪਣੀਆਂ ਬਾਰੀਆਂ ਵਿੱਚ ਖੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖ ਰਿਹਾ ਹੈ, ਕੋਈ ਦਰਵਾਜ਼ੇ ਵਿੱਚ ਖਲੋ ਕੇ ਵੇਖ ਰਿਹਾ। ਉਦਤ ਮੁਦਤ ਜਨ ਬਦਤ ਨਿਹਾਰੇ, ਹਿਰਦਿਆਂ ਦੇ ਵਿੱਚ ਸੰਗਤਾਂ ਦੇ ਬਹੁਤਾ ਉਤਸ਼ਾਹ ਚਾਉ ਪੈਦਾ ਹੋ ਰਿਹਾ, ਬੜਾ ਆਨੰਦਿਤ ਹੋ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਵੇਖ ਕੇ ਲੋਕ। ਸੰਧਿਆ ਸਮੈ ਪਰਵੇਸੇ ਆਏ, ਉਤਰੇ ਸਤਿਗੁਰ ਹਰਿ ਉਪਾਏ। ਹਾਂ, ਇੱਕ ਦੂਸਰੇ ਤੋਂ ਅੱਗੇ ਵੱਧ ਕੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖਣਾ ਚਾਹੁੰਦੇ ਆ ਲੋਕ, ਇੱਕ ਦੂਜੇ ਤੋਂ ਅੱਗੇ ਵੱਧ ਕੇ ਮਹਾਰਾਜ ਦੇ ਦਰਸ਼ਨ ਕਰ ਰਹੇ ਆ। ਤੇ ਜਦੋਂ ਸੰਧਿਆ ਦਾ ਵੇਲਾ ਹੋ ਗਿਆ, ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆ ਕੇ ਸਤਿਗੁਰਾਂ ਪ੍ਰਵੇਸ਼ ਕੀਤਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬੜੇ ਆਨੰਦ ਪ੍ਰਸੰਨ ਹੋ ਕੇ, ਹਿਰਦੇ ਵਿੱਚ ਖੁਸ਼ੀ ਧਾਰਨ ਕਰਕੇ ਮਹਾਰਾਜ ਘੋੜੇ ਤੋਂ ਹੇਠਾਂ ਉਤਰ ਆਏ ਹਨ। ਖਾਨ ਪਾਨ ਕਰ ਸੁਖ ਸੋ ਸੋਏ, ਨਿਜ ਨਿਜ ਸਦਨ ਥਿਰੇ ਸਭ ਕੋਏ। ਇਉਂ ਫਿਰ ਭਾਈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਸਮੇਤ ਸਮੂਹ ਗੁਰੂ ਕੇ ਸੂਰਮੇ ਸਿੱਖ ਸੰਗਤਾਂ ਰਾਤ ਦਾ ਭਾਈ ਜਲ ਪਾਣੀ ਪ੍ਰਸ਼ਾਦਾ ਪਾਣੀ ਛਕ ਕੇ ਆਰਾਮ ਫਰਮਾਇਆ ਮਹਾਰਾਜ ਸੱਚੇ ਪਾਤਸ਼ਾਹ ਨੇ। ਤੇ ਸਾਰੇ ਸੂਰਮੇ ਆਪੋ ਆਪਣੇ ਆਸਣਾਂ ਦੇ ਉੱਪਰ ਆਪਣੇ ਆਪਣੇ ਘਰਾਂ ਵਿੱਚ ਜਾ ਕੇ ਟਿਕ ਗਏ। ਜਾਮ ਜਾਮਨੀ ਜਬਹੁ ਨਿਹਾਰੇ, ਨੋਬਤ ਬਜਨ ਲਗੀ ਗੁਰਦੁਆਰੇ। ਹਾਂ, ਨੌਬਤ ਹੁੰਦੀ ਹੈ ਛੋਟੇ ਆਕਾਰ ਦੀ, ਨਗਾਰਾ ਵੱਡੇ ਆਕਾਰ ਦਾ ਹੁੰਦਾ ਭਾਈ। ਕਵੀ ਜੀ ਕਹਿੰਦੇ ਜਾਮ ਜਾਮਣੀ ਜਬਹੁ ਨਿਹਾਰੇ, ਜਦੋਂ ਭਾਈ ਪਹਿਰ ਰਾਤ ਬਾਕੀ ਰਹਿ ਗਈ ਨਾ, ਜਦੋਂ ਗੁਰੂ ਕੇ ਸਿੱਖਾਂ ਨੇ ਸਤਿਗੁਰਾਂ ਨੇ ਵੇਖਿਆ ਪਹਿਰ ਰਾਤ ਬਾਕੀ ਰਹਿ ਗਈ ਹੈ, ਤੇ ਸਵਾ ਪਹਿਰ ਰਾਤ ਰਹਿੰਦਿਆਂ ਸਾਰੇ ਗੁਰੂ ਕੇ ਸੂਰਮੇ ਜਾਗੇ ਹਨ। ਤੇ ਜਿਹੜੀ ਛੋਟੇ ਆਕਾਰ ਦੀ ਨੌਬਤ ਹੈ, ਉਹ ਭਾਈ ਗੁਰੂ ਘਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਜਣ ਲੱਗੀ ਹੈ। ਸੁਨਤ ਰਵਾਬੀ ਚਲ ਕਰ ਆਏ, ਆਸਾ ਵਾਰ ਰਾਗ ਜਤ ਗਾਏ। ਇਉਂ ਗੁਰੂ ਕੇ ਰਬਾਬੀ ਕੀਰਤਨੀਏ ਸਿੱਖ ਜਿਹੜੇ ਭਾਈ ਨੌਬਤ ਦੀ ਆਵਾਜ਼ ਸੁਣ ਕੇ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਪਾਣ ਕਿਰਿਆ ਸਾਧ ਕੇ ਸਾਰੀ ਆ ਗਏ ਗੁਰੂ ਕੇ ਹਜ਼ੂਰ। ਆ ਕੇ ਭਾਈ ਆਸਾ ਵਾਰ ਰਾਗ ਜੁਤ ਗਾਏ, ਰਾਗਾਂ ਦੇ ਸਮੇਤ ਹੋ ਕੇ ਸ਼੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗਾਇਨ ਕਰਨ ਲੱਗੇ ਹਨ। ਸਿੱਖ ਸੰਗਤ ਜਹ ਕਹਿ ਗਨ ਜਾਗੇ, ਗੁਰਬਾਣੀ ਕੋ ਪੜਵੇ ਲਾਗੇ। ਹਾਂ, ਜਿੱਥੇ ਕਿੱਥੇ ਵੀ ਗੁਰੂ ਕੀਆਂ ਸੰਗਤਾਂ ਬਿਰਾਜੀਆਂ ਹੋਈਆਂ ਸਨ, ਜਿੱਥੇ ਕਿੱਥੇ ਗੁਰੂ ਕੀਆਂ ਸੰਗਤਾਂ ਦੇ ਆਸਣ ਲੱਗੇ, ਸਾਰੇ ਜਾਗ ਉੱਠੇ ਅੰਮ੍ਰਿਤ ਵੇਲੇ। ਤੇ ਭਾਈ ਆਪ ਦਾ ਤਿਆਰ ਹੋ ਕੇ ਸਾਰੇ ਗੁਰੂ ਕੀ ਪਵਿੱਤਰ ਬਾਣੀ ਪੜਨ ਲੱਗੇ। ਜਿਤ ਕਿਤ ਭਜਨ ਹੋਤ ਜੈਕਾਰ, ਮਨਹੁ ਬਿਸ਼ਨ ਗਨ ਸੁਰਨ ਮਝਾਰ। ਕਹਿੰਦੇ ਜਿਤ ਕਿਤ ਭਜਨ ਹੋਤ ਜੈਕਾਰ, ਜਿੱਥੇ ਕਿੱਥੇ ਗੁਰੂ ਕੀਆਂ ਸੰਗਤਾਂ ਪਵਿੱਤਰ ਬਾਣੀ ਪੜ ਰਹੀਆਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜੈ ਜੈਕਾਰ ਹੋ ਰਹੀ ਹੈ, ਜੈਕਾਰੇ ਗਰਜ ਰਹੇ ਨੇ, ਬੋਲੇ ਸੋ ਨਿਹਾਲ ਦੇ ਜੈਕਾਰੇ ਗਰਜ ਰਹੇ। ਮਨੋਹ ਬਿਸ਼ਨ ਗਨ ਸੁਰਨ ਮਝਾਰ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਭਾ ਵਡਿਆਈ ਇਉਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਪ੍ਰਗਟ ਹੈ ਬਈ ਜਿਵੇਂ ਵਿਸ਼ਨੂੰ ਜੀ ਸੁਰਨ ਕਹੀਏ ਦੇਵਤਿਆਂ ਦੇ ਵਿਚਕਾਰ ਵਿਸ਼ਨੂੰ ਜੀ ਦੀ ਸੋਭਾ ਹੈ, ਇਉਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਗੁਰਸਿੱਖਾਂ ਰੂਪੀ ਦੇਵਤਿਆਂ ਵਿੱਚ ਵੱਡੀ ਸੋਭਾ ਪ੍ਰਗਟ ਹੋ ਰਹੀ ਹੈ। ਸੋਚ ਸਨਾਨ ਠਾਨ ਗੋਸਾਈ, ਆਸਨ ਥਿਰੈ ਸਮਾਦ ਲਗਾਈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਗੁਸਾਈ ਕਹੀਏ ਜਗਤ ਦੇ ਦਾਤੇ ਜਗਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਨੇ ਵੀ ਭਾਈ ਸ਼ੌਚਾਚਾਰ ਆਦਿਕ ਦੀ ਕਿਰਿਆ ਕੀਤੀ, ਇਸ਼ਨਾਨ ਪਾਣ ਸਾਧ ਕੇ ਸਤਿਗੁਰੂ ਮਹਾਰਾਜ ਆਪਣੇ ਆਸਨਾਂ ਤੇ ਸਥਿਰ ਹੋ ਗਏ ਤੇ ਆਪਣੇ ਅੰਤਰਮੁਖ ਸਰੂਪ ਦਾ ਧਿਆਨ ਸਤਿਗੁਰਾਂ ਨੇ ਲਾਉਣਾ ਕੀਤਾ ਹੈ। ਅਰਣੋਦੈ ਲਖ ਕਰ ਪੁਨਸਾਰੇ, ਭਾਟ ਪੋਰ ਕੇ ਥਿਰੇ ਅਗਾਰੇ। ਏਦਾਂ ਭਾਈ ਅਰਣੋਦੈ ਲਖ ਕਰ ਪੁਨਸਾਰੇ, ਜਦੋਂ ਸਵੇਰੇ ਸੂਰਜ ਉਦੇ ਹੋਇਆ ਜਾਣ ਕੇ ਜਿਹੜੇ ਭਾਟ ਭੱਟ ਕਵੀ ਲੋਕ ਨੇ ਭਾਈ, ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੇ ਪਵਿੱਤਰ ਦਰਵਾਜ਼ੇ ਦੇ ਅੱਗੇ ਖਲੋ ਕਰਕੇ ਗੁਰ ਕੋ ਸੁਜਸ ਕਬਿਤ ਬਨਾਏ, ਉੱਚੇ ਅਦਕ ਉਚਾਰ ਸੁਨਾਏ। ਹਾਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਦਾ ਸ੍ਰੇਸ਼ਟ ਜਸ ਜਿਹੜਾ ਹੈ ਕਵਿਤਾਂ ਦੇ ਰੂਪ ਵਿੱਚ ਇਹ ਗੁਰੂ ਕੇ ਭਾਈ ਜਿਹੜੇ ਗਵਈਏ ਆ ਉਹ ਬਣਾ ਕੇ ਗਾ ਰਹੇ ਆ ਤੇ ਉੱਚੇ ਅਦਕ ਉਚਾਰ ਸੁਣਾਏ। ਤੇ ਜਿਹੜੇ ਕਵਿਤ ਹਨ
ਇਹ ਛੰਦ ਦਾ ਨਾਮ ਹੈ ਕਵਿਤ ਭਾਈ। ਇੱਦਾਂ ਛੰਦਾਬੰਦੀ ਵਿੱਚ ਕਵਿਤ ਉਚਾਰਨ ਕੀਤੇ ਜਿਹੜੇ ਭੱਟ ਨੇ ਉੱਚੀ ਆਵਾਜ਼ ਵਿੱਚ ਗਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸੁਣਾਉਂਦੇ ਹਨ। ਖਰੋ ਨਕੀਬ ਪੁਕਾਰ ਆਵਾਜੇ, ਮਹਾਰਾਜ ਰਾਜਨ ਪਤ ਰਾਜੇ। ਹਾਂ, ਨਕੀਬ ਜਿਹੜਾ ਚੋਬਦਾਰ ਹੈ ਨਾ ਭਾਈ, ਉਹ ਉੱਚੀ ਆਵਾਜ਼ ਵਿੱਚ ਗੁਰੂ ਕੇ ਦਰਵਾਜ਼ੇ ਤੇ ਖਲੋ ਕੇ ਆਵਾਜ਼ ਮਾਰਦਾ ਹੈ ਕਿ ਜਿਹੜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜਾ ਨੂੰ ਵੱਡੇ ਰਾਜਿਆਂ ਦੇ ਰਾਜੇ ਹਨ। ਪੂਰਨ ਗੁਰ ਸਾਹਿਬ ਅਵਤਾਰੀ, ਜਿਨ ਕੋ ਨਿਭੈ ਤ੍ਰਿਲੋਕੀ ਸਾਰੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪੂਰਨ ਅਵਤਾਰ ਨੇ ਜਗਤ ਦੇ ਵਿੱਚ, ਸਾਰੇ ਜਗਤ ਦੇ ਦਾਤੇ ਹਨ। ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹਨਾਂ ਦੇ ਅੱਗੇ ਤ੍ਰਿਲੋਕੀ ਦੇ ਸਾਰੇ ਲੋਕ ਝੁਕਦੇ ਆ, ਭਾਵ ਤਿੰਨੇ ਲੋਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਝੁਕਦੇ ਹਨ। ਘਰੇ ਆਵਲ ਬਾਜਤ ਥਨਕਾਰਾ, ਗਰਜ ਉਠਿਓ ਰਣਜੀਤ ਨਗਾਰਾ। ਇਦਾਂ ਭਾਈ ਜਿਹੜੇ ਘੜਿਆਵਲ ਕਹੀਏ, ਘੜਿਆਲਾਂ ਦੀ ਆਵਾਜ਼ ਜਿਹੜੀ ਠਣਕਾਰ ਉਹ ਪੈਦਾ ਹੋ ਰਹੀ ਹੈ, ਘੜਿਆਲਾਂ ਵੱਜ ਰਹੀਆਂ ਹੈ, ਤੇ ਨਾਲ ਹੀ ਭਾਈ ਜਿਹੜਾ ਗੁਰੂ ਘਰ ਰਣਜੀਤ ਨਗਾਰਾ ਹੈ ਉਹਦੇ ਤੇ ਗੁਰੂ ਕੇ ਸਿੱਖਾਂ ਨੇ ਚੋਬਾਂ ਲਗਾਈਆਂ ਤੇ ਗੁਰੂ ਘਰ ਰਣਜੀਤ ਨਗਾਰਾ ਵੀ ਗਰਜ ਉੱਠਿਆ ਹੈ। ਇਮ ਬਹੁ ਥਾਨ ਕੁਲਾਹਲ ਹੋਵਾ, ਸੂਰਜ ਉਦੈ ਭਇਓ ਸਭ ਜੋਵਾ। ਹਾਂ, ਜਦੋਂ ਭਾਈ ਸਾਰਿਆਂ ਨੇ ਜਾਣ ਲਿਆ ਵੀ ਸੂਰਜ ਉਦੇ ਹੋ ਗਿਆ, ਸੂਰਜ ਪ੍ਰਗਟ ਹੋ ਗਿਆ, ਤੇ ਸਾਰੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਜਿਹੜਾ ਹੈ ਉਹ ਹਲਚਲ ਮਚ ਗਈ ਹੈ। ਲੋਕਾਂ ਦੇ ਵਿੱਚ ਆਪਸ ਵਿੱਚ ਬੋਲਚਾਲ ਸ਼ੁਰੂ ਹੋ ਗਈ ਹੈ, ਜਾਂ ਲੋਕਾਂ ਦਾ ਵਿਚਰਨਾ ਸ਼ੁਰੂ ਹੋ ਗਿਆ ਹੈ। ਸਤਿਗੁਰ ਵਸਤਰ ਸ਼ਸਤਰ ਤਨ ਧਾਰੇ, ਸਾਵਧਾਨ ਬਨ ਨਿਕਸੇ ਦਵਾਰੇ। ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸੋਹਣੇ ਵਸਤਰ ਤੇ ਸੋਹਣੇ ਸ਼ਸਤਰ ਆਪਣੇ ਤਨ ਤੇ ਸਰੀਰ ਤੇ ਸਜਾਣਾ ਕੀਤੇ ਹੈ। ਤਿਆਰ ਹੋ ਕੇ ਸਾਵਧਾਨ ਬਨ ਨਿਕਸੇ ਦੁਆਰੇ, ਮਹਾਰਾਜ ਸੱਚੇ ਪਾਤਸ਼ਾਹ ਜੀ ਸਾਵਧਾਨ ਹੋ ਕਰਕੇ ਆਪਣੇ ਮਹਿਲਾਂ ਤੋਂ ਬਾਹਰ ਆਏ ਹਨ। ਸਭਾ ਸਦਨ ਮਹਿ ਪਹੁੰਚੇ ਜਾਏ, ਝੂਲਤ ਕਲਗੀ ਆਨੰਦ ਵਧਾਏ। ਫੇਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਰੋਜ਼ ਦੀਵਾਨ ਸਜਾਉਂਦੇ ਆ, ਸਤਿਗੁਰੂ ਦੀਵਾਨ ਵਾਲੇ ਸਥਾਨ ਤੇ ਸਦਨ ਕਹੀਏ ਜਿਹੜਾ ਸੰਗਤ ਵਾਲਾ ਘਰ ਹੈ, ਸਤ ਸੰਗਤ ਰੂਪੀ ਘਰ ਹੈ, ਸਾਧ ਸੰਗਤ ਰੂਪੀ ਘਰ ਹੈ, ਉੱਥੇ ਜਾ ਕੇ ਸਤਿਗੁਰੂ ਮਹਾਰਾਜ ਵਿਰਾਜਮਾਨ ਹੋਏ। ਸਤਿਗੁਰਾਂ ਦੇ ਸੀਸ ਤੇ ਜਿਹੜੀ ਕਲਗੀ ਝੂਲਦੀ ਹੈ ਨਾ, ਬੜਾ ਆਨੰਦ ਵਧਾ ਰਹੀ ਹੈ। ਹਰਸ ਮਖਮਲੀ ਪਰ ਸਿੰਘਾਸਨ, ਬੈਠੇ ਗੁਰੂ ਸੁਬਤ ਸੁਭ ਆਸਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਜਿੱਥੇ ਸਿੰਘਾਸਨ ਡਾਇਆ ਹੈ ਨਾ, ਉਹ ਸਿੰਘਾਸਨ ਮਖਮਲੀ ਜਿਹੜੇ ਫਰਸ਼ ਨਾਮ ਕਲੀਨਾ ਦਾ ਹੁੰਦਾ, ਕਲੀਨ ਵਿਛੇ ਹੋਏ ਹੈ, ਸੁੰਦਰ ਕਲੀਨਾ ਦੇ, ਇਰਾਨੀ ਕਲੀਨਾ ਦੇ ਉੱਪਰ ਮਹਾਰਾਜ ਜੀ ਦਾ ਸਿੰਘਾਸਨ ਲੱਗਿਆ ਹੋਇਆ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਸਿੰਘਾਸਨਾਂ ਤੇ ਬੈਠੇ ਬੜੀ ਸ਼ੋਭਾ ਪਾ ਰਹੇ ਨੇ, ਸਤਿਗੁਰਾਂ ਦੀ ਬਹੁਤ ਸ਼ੋਭਾ ਹੋ ਰਹੀ ਹੈ। ਪਾਂਚੋਂ ਪ੍ਰਾਤਾ ਵੀਰ ਬੁਲੰਦ, ਬ੍ਰੰਦ ਮਸੰਦ ਬੰਦ ਕਰ ਬੰਦ। ਹਾਂ, ਪਾਂਚੋਂ ਭਰਾਤਾ ਵੀਰ ਬਲੰਦ, ਜਿਹੜੇ ਵੀਰ ਸੂਰਮੇ ਭਾਰੀ ਬਲ ਰੱਖਣ ਵਾਲੇ ਸੂਰਬੀਰ ਯੋਧੇ, ਪੰਜ ਭਰਾ ਮਾਤਾ ਬੀਰੋ ਜੀ ਦੇ ਪੁੱਤਰ, ਗੁਰੂ ਕੇ ਭਾਣਜੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਭਾਈ ਸੰਘੋ ਸ਼ਾਹ ਜੀ, ਮਾਰੀ ਚੰਦ ਜੀ, ਗੰਗਾ ਰਾਮ ਜੀ, ਗੁਲਾਬ ਰਾਏ ਆਦਿਕ, ਇਹ ਪੰਜੇ ਸੂਰਬੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਵਿੱਚ ਵਿਰਾਜਮਾਨ ਨੇ, ਤੇ ਬਹੁਤੀ ਗਿਣਤੀ ਵਿੱਚ ਮਸੰਦ ਵੀ ਦੋਨੋਂ ਹੱਥ ਜੋੜ ਕੇ ਗੁਰੂ ਕੇ ਹਜ਼ੂਰ ਹਾਜ਼ਰ ਖਲੋਤੇ ਹੋਏ ਹਨ। ਮਾਤਲ ਪੁੰਨ ਕਿਰਪਾਲ ਕਰ ਬੰਦਨ, ਸੂਰਜ ਮਲ ਕੇ ਨੰਦਨ ਨੰਦਨ। ਇਸ ਤਰ੍ਹਾਂ ਭਾਈ ਸੂਰਜ ਮਲ ਜਿਹੜੇ ਨੇ, ਜਾਂ ਕਵੀ ਜੀ ਕਹਿੰਦੇ ਮਾਤੁਲ ਪੁਨ ਕਿਰਪਾਲ ਕਰ ਬੰਦਨ, ਪੰਜ ਭਰਾ ਸੂਰਬੀਰ ਉਹ ਮਹਾਰਾਜ ਦੀ ਹਜ਼ੂਰੀ 'ਚ ਹਾਜ਼ਰ ਨੇ, ਮਾਤਾ ਵੀਰੋ ਜੀ ਦੇ ਪੁੱਤਰ, ਬਹੁਤੀ ਗਿਣਤੀ ਵਿੱਚ ਮਸੰਦ ਮਹਾਰਾਜ ਦੇ ਹਜ਼ੂਰ ਹੱਥ ਜੋੜ ਕੇ ਬੈਠੇ ਹੋਏ ਹਨ। ਮਾਮਾ ਕਿਰਪਾਲ ਚੰਦ ਜੀ ਵੀ ਸਤਿਗੁਰੂ ਕਲਗੀਧਰ ਪਾਤਸ਼ਾਹ ਨੂੰ ਆ ਕੇ ਉਹਨਾਂ ਨੇ ਮੱਥਾ ਟੇਕਿਆ, ਨਮਸਕਾਰ ਕੀਤੀ, ਗੁਰੂ ਕੇ ਹਜ਼ੂਰ ਬੈਠੇ ਹਨ। ਸੂਰਜ ਮੱਲ ਕੇ ਨੰਦਨ ਕੇ ਨੰਦ ਕੇ ਨੰਦਨ, ਜਿਹੜੇ ਸੂਰਜ ਮੱਲ ਜੀ ਦੇ ਪੌਤਰੇ ਨੇ ਬਾਬਾ ਗੁਲਾਬ ਰਾਏ ਤੇ ਸ਼ਾਮ ਰਾਏ ਜੀ, ਇਹ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠੇ ਹੋਏ ਹਨ। ਇਤਾਦਿਕ ਸਭ ਸਭਾ ਪਰਿਵਾਰਤ, ਮਨਹੁ ਚੰਦ ਉਡਗਨ ਦੁੱਧ ਧਾਰਤ। ਇਸ ਤੋਂ ਆਦ ਲੈ ਕਰਕੇ ਭਾਈ ਇਹ ਜਿਹੜੀ ਸਭਾ ਜਿਵੇਂ ਪਰਿਵਾਰ ਇਕੱਠਾ ਹੋ ਕੇ ਬੈਠਾ ਹੁੰਦਾ ਹੈ ਨਾ, ਇਉਂ ਪਰਿਵਾਰ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਦੇ ਦੁਆਲੇ, ਪਰਿਵਾਰਤ ਨਾਮ ਹੁੰਦਾ ਘੇਰਾ ਮਾਰ ਕੇ ਬੈਠਣ ਦਾ, ਸਾਰੇ ਗੁਰੂ ਕੇ ਸਿੱਖ ਘੇਰਾ ਪਾ ਕੇ ਮਹਾਰਾਜ ਦੇ ਦੁਆਲੇ ਦੁਆਲੇ ਬੈਠੇ ਨੇ। ਇਉਂ ਜਾਪਦਾ, ਕਵੀ ਜੀ ਕਹਿੰਦੇ ਮਨਹੁ ਚੰਦ ਉਡਗਨ ਦੁੱਧ ਧਾਰਤ, ਮਨੋ ਚੰਦਰਮਾ ਤਾਰਿਆਂ ਰੂਪੀ ਪਰਿਵਾਰ ਵਿੱਚ ਸ਼ੋਭਾ ਪਾਉਂਦਾ ਹੈ। ਇਉਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਿੱਖਾਂ ਰੂਪੀ ਤਾਰਿਆਂ ਵਿੱਚ ਬੈਠੇ ਸੋਭ ਰਹੇ ਨੇ। ਚਮਕਤ ਚਾਮਰ ਚਾਰ ਫੁਰੰਤ, ਜਨ ਰਵ ਕਿਰਨ ਨਿਕਰ ਨਿਰੰਤ। ਇਸ ਤਰ੍ਹਾਂ ਚਮਕਤ ਚਾਮਰ ਚਾਰ ਟੁਰੰਤ, ਚਾਰ ਨਾਮ ਹੁੰਦਾ ਸੁੰਦਰ ਦਾ, ਸੋਹਣਾ ਚਮਕੀਲਾ ਚੌਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਸੀਸ ਤੇ ਝੁੱਲ ਰਿਹਾ ਹੈ। ਜਦੋਂ ਚੌਰ ਝੁੱਲਦਾ ਹੈ,
ਚੌਰ ਇਉਂ ਚਮਕਾ ਮਾਰਦਾ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਨਿਕਲ ਰਹੀਆਂ ਹੋਣ। ਇਦਾਂ ਚੌਰ ਦੀ ਸ਼ੋਭਾ ਕਵੀ ਜੀ ਕਰ ਰਹੇ ਨੇ। ਕੰਚਨ ਰਜਤ ਸਰੀ ਕਰ ਧਰੇ, ਇੱਕ ਦਿਸ ਗੁਰ ਢਿਗ ਦੇਖਹਿ ਖਰੇ। ਹਾਂ, ਚੌਰ ਦੀ ਸ਼ੋਭਾ ਇਉਂ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਨਿਕਲ ਰਹੀਆਂ ਹੋਣ। ਤੇ ਗੁਰੂ ਕੇ ਸਿੱਖ ਕੰਚਨ ਰਜਤ ਛਰੀ ਕਰ ਧਰੇ। ਕਰ ਨਾਮ ਹੁੰਦਾ ਹੱਥਾਂ ਦਾ। ਹੱਥਾਂ ਵਿੱਚ ਪਕੜ ਕੇ ਸੋਨੇ ਚਾਂਦੀ ਦੀਆਂ ਬਣੀਆਂ ਹੋਈਆਂ ਚੋਬਾਂ ਜਿਹੜੀਆਂ ਕਹਿ ਲਓ, ਜਾਂ ਛਰੀ ਨਾਮ ਛੋਟੀ ਦਾ ਵੀ ਹੁੰਦਾ ਭਾਈ, ਛੋਟੇ ਦਾ। ਛੋਟੇ ਪਕੜ ਕੇ ਜਾਂ ਸੋਨੇ ਤੇ ਚਾਂਦੀ ਦੀਆਂ ਚੋਬਾਂ ਪਕੜ ਕੇ ਗੁਰੂ ਕੇ ਸਿੱਖ ਇੱਕ ਦਿਸ ਗੁਰ ਢਿਗ ਦੇਖੈ ਖਰੇ। ਜਿਹੜੇ ਚੋਬਦਾਰ ਸਿੱਖ ਨੇ ਚਾਂਦੀ ਸੋਨੇ ਦੀਆਂ ਚੋਬਾਂ ਪਕੜ ਕੇ ਇੱਕ ਦਿਸ਼ਾ ਵੱਲ ਇੱਕ ਪਾਸੇ ਖਲੋਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਰਹੇ ਨੇ ਮਹਾਰਾਜ ਜੀ ਵੱਲ ਮੁਖ ਕਰਕੇ। ਦਰਸ਼ਨ ਕਾਂਖੀ ਦਿਨ ਪ੍ਰਤੀ ਆਵਹਿ, ਲਗਹਿ ਸਭਾ ਤਵ ਦੇਖਨ ਪਾਵਹਿ। ਹਾਂ, ਦਰਸ਼ਨ ਭਲਾਖੀ ਗੁਰੂ ਕੇ ਸਿੱਖ ਦਿਨ ਪ੍ਰਤੀ ਦਿਨ ਦਿਨੇ ਰਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਨੇ। ਲੱਗੈ ਸਭਾ ਤਬ ਦੇਖਣ ਪਾਵੇ। ਜਦੋਂ ਗੁਰੂ ਕੀ ਸਭਾ ਸੱਜ ਜਾਂਦੀ ਹੈ, ਸੰਗਤ ਲੱਗ ਜਾਂਦੀ ਹੈ, ਤਦੋਂ ਫਿਰ ਗੁਰੂ ਕੇ ਸਿੱਖ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਪ੍ਰਾਪਤ ਕਰਦੇ ਹਨ। ਗੁਰ ਦਰਬਾਰ ਭਇਓ ਜਬ ਭਾਰੀ, ਅਨਕ ਕੋ ਰਹਿ ਅਰਪ ਅਗਾਰੀ। ਜਦੋਂ ਗੁਰੂ ਕਾ ਦਰਬਾਰ ਭਾਰੀ ਗਿਣਤੀ ਵਿੱਚ ਗੁਰੂ ਕੇ ਸਿੱਖ ਸਜੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ ਸਜ ਗਿਆ, ਅਨਕ ਕੋਰ ਨਰਪ ਅਗਾਰੀ। ਫਿਰ ਗੁਰੂ ਕੀਆਂ ਸੰਗਤਾਂ ਦਰਸ਼ਨ ਭਲਾਖੀ ਜਿਹੜੇ ਆਉਂਦੇ ਨੇ ਉਹ ਮਹਾਰਾਜ ਦੇ ਨਾਲ ਤੇ ਦਰਸ਼ਨ ਕਰਦੇ ਆ। ਸਤਿਗੁਰਾਂ ਅੱਗੇ ਆਪਣੀ ਭੇਟਾ ਰੱਖ ਕੇ ਸਤਿਗੁਰਾਂ ਨੂੰ ਨਮਸਕਾਰਾਂ ਕਰ ਰਹੇ ਹਨ। ਡੇਢ ਜਾਮ ਜਬ ਬੈਠੇ ਬਤਾਇਓ, ਦਵਾਰ ਪਾਲ ਤਬ ਅੰਤਰ ਆਇਓ। ਹਾਂ, ਜਦੋਂ ਕਰੀਬਨ ਡੇਢ ਜਾਮ ਕਹੀਏ, ਇੱਕ ਸਵਾ ਕੁਪਹਿਰ, ਡੇਢ ਕੁਪਹਿਰ ਕਹਿ ਲਓ, 4.5 ਘੰਟੇ ਦਾ ਸਮਾਂ ਬਣ ਜਾਂਦਾ ਹੈ। 4.5 ਘੰਟੇ, ਡੇਢ ਪਹਿਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਸੰਗਤ ਵਿੱਚ ਬੈਠਿਆਂ ਮਹਾਰਾਜ ਨੂੰ ਬੀਤ ਗਿਆ। ਦਵਾਰਪਾਲ ਤਬ ਅੰਤਰ ਆਇਓ। ਜਿਹੜਾ ਦਵਾਰਪਾਲ ਹੈ ਨਾ ਭਾਈ, ਉਹ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਾਸ ਆਇਆ ਹੈ ਦਰਬਾਰ ਵਿੱਚ, ਜਿੱਥੇ ਸੰਗਤ ਸਜੀ ਹੋਈ ਹੈ। ਹਾਥ ਜੋੜ ਕਰ ਅਰਜ ਗੁਜਾਰੀ, ਚੋਬਦਾਰ ਇੱਕ ਪੋਰ ਅਗਾਰੀ। ਇਸ ਤਰ੍ਹਾਂ ਭਾਈ ਇਹਨੇ ਦਵਾਰਪਾਲ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਉਹ ਵੱਡੇ ਦਰਵਾਜ਼ੇ ਦੇ ਅੱਗੇ ਇੱਕ ਨਾ ਚੋਬਦਾਰ ਆਇਆ ਹੈ। ਭੀਮ ਚੰਦ ਕਾ ਆਏ ਵਜ਼ੀਰ, ਮਿਲਿਓ ਚਹਿ ਰਾਵਰ ਕੇ ਤੀਰ। ਉਹ ਜਿਹੜਾ ਚੋਬਦਾਰ ਆਇਆ ਨਾ ਮਹਾਰਾਜ ਸੱਚੇ ਪਾਤਸ਼ਾਹ, ਉਹ ਰਾਜੇ ਭੀਮ ਚੰਦ ਨੇ ਵਜ਼ੀਰ ਭੇਜਿਆ, ਉਹਦੇ ਅੱਗੇ ਅੱਗੇ ਚੱਲ ਕੇ ਆਇਆ। ਤੇ ਭੀਮ ਚੰਦ ਕੋ ਆਏ ਵਜ਼ੀਰ, ਮਹਾਰਾਜ ਰਾਜੇ ਭੀਮ ਚੰਦ ਦਾ ਵਜ਼ੀਰ ਆਇਆ। ਮਿਲਿਓ ਚਾਹੇ ਰਾਵਰ ਕੇ ਤੀਰ। ਉਹ ਵਜ਼ੀਰ ਆਪ ਜੀਆਂ ਨੂੰ ਮਿਲਣਾ ਚਾਹੁੰਦਾ ਹੈ। ਤੈ ਸੁਧ ਕੋ ਸੋ ਚੱਲ ਕਰ ਆਇਓ, ਸੁਨ ਕਲਗੀਧਰ ਬਚ ਫੁਰਮਾਇਓ। ਮਹਾਰਾਜ ਉਹ ਪੌਰਦਾਰ ਜਿਹੜਾ ਆਇਆ ਨਾ, ਚੋਬਦਾਰ ਜਿਹੜਾ ਪੌਰ ਦਰਵਾਜ਼ੇ ਤੇ ਖਲੋਤਾ ਹੈ, ਉਹਦੇ ਕੋਲੋਂ ਵਜ਼ੀਰ ਰਾਜੇ ਭੀਮ ਚੰਦ ਦੇ ਵਜ਼ੀਰ ਦੇ ਆਉਣ ਦੀ ਖਬਰ ਸੁਣ ਕੇ ਮੈਂ ਆਪ ਜੀਆਂ ਦੇ ਪਾਸ ਆਇਆ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਨੇ ਬੇਨਤੀ ਕੀਤੀ, ਸਤਿਗੁਰੂ ਉਹ ਵਜ਼ੀਰ ਦੇਵੀਦਾਸ ਆਪ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਹੈ। ਸੁਣ ਕਲਗੀਧਰ ਬਚ ਫਰਮਾਇਓ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸੁਣ ਕੇ ਬਚਨ ਕੀਤਾ ਹੈ। ਆਪ ਤਿਸ ਖਾਨ ਪਾਨ ਸੁਧ ਲੀਜੈ, ਆਸੇ ਥਾਨ ਸਿਵਰ ਕੋ ਦੀਜੈ। ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਵੀ ਹੁਣ ਉਸ ਵਜ਼ੀਰ ਦੀ ਜਿਹੜੀ ਜਲ ਪਾਣੀ ਛਕਣ ਛਕਾਉਣ ਦੀ ਜਿਹੜੀ ਖਬਰਸਾਰ ਹੈ, ਉਹ ਤੁਸੀਂ ਲੈਣਾ ਕਰੋ। ਆਛੇ ਥਾਨ ਸਿਵਰ ਕੋ ਦੀਜੈ। ਮਹਾਰਾਜ ਕਹਿੰਦੇ ਚੰਗੀ ਥਾਂ ਵੇਖ ਕੇ ਉਹਦਾ ਸਿਵਰ ਆਸਣ ਲਗਵਾ ਦੇਵੋ। ਪਿਛਲੇ ਪਹਿਰ ਸਮੀਪ ਬੁਲਾਵੈ, ਤਿਸ ਕੀ ਮਸਲਤ ਸੁਨਹਿ ਸੁਨਾਵੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਦੋਂ ਦਿਨ ਦਾ ਪਿਛਲਾ ਪਹਿਰ ਦਾ ਦੀਵਾਨ ਲੱਗੇਗਾ ਨਾ, ਪਿਛਲੇ ਪਹਿਰ ਦਾ, ਉਸ ਵੇਲੇ ਉਹਨੂੰ ਅਸੀਂ ਆਪਣੇ ਪਾਸ ਬੁਲਾਵਾਂਗੇ। ਉਹਦੀ ਕੀ ਸਲਾਹ ਹੈ ਉਹ ਸੁਣਾਂਗੇ ਤੇ ਆਪਣੀ ਸੁਣਾਵਾਂਗੇ। ਇਮ ਕਰ ਹੁਕਮ ਉਠੇ ਗੋਸਾਈ, ਸੁੰਦਰ ਸਦਨ ਪ੍ਰਵੇਸ਼ੈ ਜਾਈ। ਇਸ ਤਰ੍ਹਾਂ ਹੁਕਮ ਕਰਕੇ ਜਗਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਸਿੰਘਾਸਣਾ ਤੋਂ ਉੱਠੇ ਤੇ ਆਪਣੇ ਸੁੰਦਰ ਮਹਿਲਾਂ ਵਿੱਚ ਜਾ ਵਿਰਾਜੇ ਹਨ। ਖਾਨ ਪਾਨ ਕਰ ਦਿਵਸ ਟਰਾਇਓ, ਸੋਚ ਸਨਾਨ ਕਰਨ ਮਨ ਭਾਇਓ। ਇਸ ਤਰ੍ਹਾਂ ਭਾਈ ਫਿਰ ਖਾਨ ਪਾਨ ਕਰ ਦਿਵਸ ਟਰਾਇਓ। ਜਲ ਪਾਣੀ ਪ੍ਰਸ਼ਾਦਾ ਪਾਣੀ ਛਕ ਕੇ ਸਰਬ ਸੰਗਤਾਂ ਨੇ ਦਿਨ ਜਿਹੜਾ ਹੈ ਉਹ ਬਤੀਤ ਕੀਤਾ ਹੈ। ਦਿਨ ਢਲਿਆ ਹੈ, ਫਿਰ ਭਾਈ ਸੌਚ ਇਸ਼ਨਾਨ ਕਰਨ ਮਨ ਭਾਇਓ। ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਸੌਚਾਚਾਰ ਕਰਨ ਦਾ ਤੇ ਇਸ਼ਨਾਨ ਪਾਣ ਕਰਨ ਦਾ ਮਨ ਹੋਇਆ ਹੈ। ਜਾਮ ਦਿਵਸ ਬਾਕੀ ਜਬ ਰਹਿਓ, ਸੋ ਵਜ਼ੀਰ ਬੁਲਵਾ ਵਨ ਚਾਹਿਓ। ਜਦੋਂ ਭਾਈ ਇੱਕ ਪਹਿਰ ਦਿਨ ਬਾਕੀ ਰਹਿ ਗਿਆ ਨਾ, ਤਦੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉਹ ਜਿਹੜਾ ਵਜ਼ੀਰ ਆਇਆ ਭੀਮ ਚੰਦ ਦਾ, ਉਹਨੂੰ ਬੁਲਾਉਣਾ ਚਾਹਿਆ ਆਪਣੇ ਪਾਸ। ਸਭਾ ਥਾਨ ਮਹਿ ਬੈਠ ਕਿਰਪਾਲਾ, ਥਿਰੇ ਆਏ ਸਭ ਆਦ ਕਿਰਪਾਲਾ। ਜਿੱਥੇ ਭਾਈ ਰੋਜ਼ ਸਭਾ ਲੱਗਦੀ ਹੈ, ਗੁਰੂ ਕੀ ਸੰਗਤ ਸਜਦੀ ਹੈ, ਉਸ ਸਥਾਨ ਤੇ ਕਿਰਪਾਲੂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੰਘਾਸਣਾਂ ਤੇ ਆ ਕੇ ਵਿਰਾਜਮਾਨ ਹੋਏ ਬੈਠੇ ਹਨ। ਥਿਰੇ ਆਏ ਸਭ ਆਦ ਕਿਰਪਾਲ। ਨਾਲ ਹੀ ਮਾਮਾ ਕਿਰਪਾਲ ਚੰਦ ਜੀ ਤੋਂ ਲੈ ਕੇ ਆਦ ਜਿੰਨੇ ਗੁਰੂ ਕੇ ਸਿੱਖ ਹਨ,
ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰ ਆ ਗਏ। ਨੰਦ ਚੰਦ ਤੇ ਆਏ ਆਦਮ ਸੰਦ, ਲਾਗਿਓ ਗੁਰ ਦਰਬਾਰ ਬੁਲੰਦ। ਹਾਂ, ਗੁਰੂ ਕਾ ਦੀਵਾਨ ਜਿਹੜਾ ਆਨੰਦ ਚੰਦ ਹੈ ਭਾਈ, ਇਸ ਤੋਂ ਆਦ ਲੈ ਕੇ ਹੋਰ ਜਿਹੜੇ ਗੁਰੂ ਕੇ ਮਸੰਦ ਹਨ ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਆ ਕੇ ਬੈਠ ਗਏ। ਤੇ ਲਾਗਿਓ ਗੁਰ ਦਰਬਾਰ ਬੁਲੰਦ, ਗੁਰੂ ਕਾ ਵੱਡਾ ਦਰਬਾਰ ਸਜ ਗਿਆ ਹੈ। ਨਰ ਪਠ ਲਿਓ ਬੁਲਾਏ ਵਜ਼ੀਰ, ਕਰ ਬੰਧਨ ਬੈਠਿਓ ਪ੍ਰਭ ਤੀਰ। ਹਾਂ, ਨਰ ਪਠ ਲਿਓ ਬੁਲਾਏ ਵਜ਼ੀਰ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਹੁਕਮ ਕਰਕੇ ਇੱਕ ਮਨੁੱਖ ਨੂੰ ਭੇਜ ਕੇ ਵਜ਼ੀਰ ਦੇਵੀਦਾਸ ਨੂੰ ਆਪਣੇ ਪਾਸ ਬੁਲਾਉਣਾ ਕੀਤਾ ਹੈ। ਤੇ ਕਰ ਬੰਧਨ ਬੈਠਿਓ ਪ੍ਰਭ ਤੀਰ, ਜਿਹੜਾ ਦੇਵੀਦਾਸ ਵਜ਼ੀਰ ਹੈ ਉਹ ਆਇਆ ਮਹਾਰਾਜ ਦੀ ਦਾ ਹੁਕਮ ਪਾ ਕੇ ਸਤਿਗੁਰਾਂ ਦੇ ਪਾਸ, ਸਤਿਗੁਰਾਂ ਨੂੰ ਮੱਥਾ ਟੇਕ ਕੇ ਮਹਾਰਾਜ ਜੀਆਂ ਦੇ ਨੇੜੇ ਬੈਠ ਗਿਆ ਹੈ। ਕਰਤੇ ਅਰਪ ਅਕੋਰ ਅਗਾਰੀ, ਨਮੋ ਨਿਰਪਤ ਕਰ ਜੋਰ ਉਚਾਰੀ। ਇਸ ਤਰ੍ਹਾਂ ਭਾਈ ਆਪਣੇ ਹੱਥਾਂ ਦੇ ਵਿੱਚ ਜਿਹੜੀ ਉਹ ਭੇਟਾ ਲੈ ਕੇ ਆਇਆ ਵਜ਼ੀਰ, ਉਹਨੇ ਭੇਟਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਰੱਖ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਸਾਡਾ ਜਿਹੜਾ ਰਾਜਾ ਭੀਮ ਚੰਦ ਹੈ ਉਹਦੀ ਵੀ ਨਮਸਕਾਰ ਆਪ ਜੀਆਂ ਨੂੰ ਹੋਵੇ, ਮਹਾਰਾਜ ਉਹਦੀ ਨਮਸਕਾਰ ਆਪ ਜੀ ਪ੍ਰਵਾਨ ਕਰੋ। ਦੋਨੋਂ ਹੱਥ ਜੋੜ ਕੇ ਵਜ਼ੀਰ ਦੇਵੀਦਾਸ ਨੇ ਸਤਿਗੁਰਾਂ ਨੂੰ ਮੱਥਾ ਟੇਕਿਆ ਤੇ ਆਪਣੇ ਰਾਜੇ ਦੀ ਤਰਫੋਂ ਵੀ ਨਮਸਕਾਰ ਕੀਤੀ ਹੈ। ਸਤਿਗੁਰ ਕੁਸ਼ਲ ਬੂਝਨਾ ਕੀਨੀ, ਨਿਮਰ ਹੋਏ ਤੈਨ ਸਭ ਕਹਿ ਦੀਨੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਸੁਖ ਸ਼ਾਂਤ ਪੁੱਛੀ ਹੈ ਭਾਈ ਵਜ਼ੀਰ ਦੇਵੀਦਾਸ ਨੂੰ, ਤੇ ਨਿਮਰ ਹੋਏ ਤੈਨ ਸਭ ਕਹਿ ਦੀਨੀ। ਮਹਾਰਾਜ ਨੇ ਪੁੱਛਿਆ ਵੀ ਹਾਲ ਚਾਲ, ਜਿੱਦਾਂ ਅਸੀਂ ਕਹਿ ਦਿੰਦੇ ਆ ਵਜ਼ੀਰ ਨੂੰ, ਉਹ ਪੁੱਛਿਆ ਹਾਲ ਚਾਲ, ਉਹਦੇ ਰਾਜੇ ਦਾ ਹਾਲ ਚਾਲ ਪੁੱਛਿਆ ਭੀਮ ਚੰਦ ਦਾ। ਤੇ ਰਾਜੇ ਭੀਮ ਚੰਦ ਦੇ ਵਜ਼ੀਰ ਦੇਵੀਦਾਸ ਨੇ ਬੜਾ ਨਿਮਰਤਾਵਾਨ ਹੋ ਕੇ ਸੁਖ ਸ਼ਾਂਤ ਦੀ ਸਾਰੀ ਗੱਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਹਿ ਦਿੱਤੀ ਹੈ। ਪ੍ਰਭ ਜੀ ਤੁਮਰੋ ਸੁਨਿਓ ਨਗਾਰਾ, ਮਹਿ ਪਾਲਕ ਸੰਸੈ ਮਨ ਧਾਰਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਹੈ, ਸਰਬ ਪ੍ਰਕਾਰ ਕਰਕੇ ਆਨੰਦ ਮੰਗਲ ਹੈ। ਇਉਂ ਵਜ਼ੀਰ ਕਹਿ ਕੇ ਕਹਿਣ ਲੱਗਾ, ਮਹਾਰਾਜ ਸਾਡੇ ਰਾਜੇ ਭੀਮ ਚੰਦ ਨੇ, ਪ੍ਰਭ ਜੀ ਸੁਣਿਓ, ਪ੍ਰਭ ਜੀ ਤੁਮਰੋ ਸੁਣਿਓ ਨਗਾਰਾ। ਹੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਸਾਡੇ ਰਾਜੇ ਭੀਮ ਚੰਦ ਨੇ ਤੁਹਾਡੇ ਨਗਾਰੇ ਦੀ ਆਵਾਜ਼ ਸੁਣੀ ਸੀ। ਮਹਿ ਪਾਲਕ ਸੰਸੈ ਮਨ ਧਾਰਾ, ਤੁਹਾਡੇ ਨਗਾਰੇ ਦੀ ਆਵਾਜ਼ ਸੁਣ ਕੇ ਰਾਜੇ ਭੀਮ ਚੰਦ ਨੇ ਮਨ ਵਿੱਚ ਬੜਾ ਸ਼ੰਕਾ ਕੀਤਾ। ਮੋਹ ਕੋ ਸੁਧਰਾਵਰ ਕੀ ਰੁਹਤੀ, ਕਹਿ ਕਰ ਸਮਝਾਇਓ ਗਿਰਪਤੀ। ਮਹਾਰਾਜ ਸੱਚੇ ਪਾਤਸ਼ਾਹ ਉਹਦੇ ਮਨ ਵਿੱਚ ਆਪਦੇ ਨਗਾਰੇ ਦੀ ਆਵਾਜ਼ ਸੁਣ ਕੇ ਸ਼ੰਕਾ ਹੋ ਗਿਆ ਸੀ। ਪਰ ਮੋਹ ਕੋ ਸੁਧ ਰਾਵਰ ਕੀ ਹੁਤੀ, ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਤੁਹਾਡੇ ਬਾਰੇ ਖਬਰਸਾਰ ਸੀ, ਮੈਨੂੰ ਪਤਾ ਸੀ ਇਹ ਨਗਾਰਾ ਤੁਸੀਂ ਬਣਵਾਇਆ, ਤੁਸੀਂ ਵਜਾਉਂਦੇ ਹੋ। ਤੇ ਇਹ ਸਾਰੀ ਫਿਰ ਗੱਲਬਾਤ ਕਹਿ ਕਰ ਸਮਝਾਇਓ ਗਿਰਪਤੀ, ਜਿਹੜਾ ਪਹਾੜੀ ਰਾਜਾ ਭੀਮ ਚੰਦ ਹੈ, ਮੈਂ ਆਪਣੀ ਤਰਫੋਂ ਜਿੰਨੀ ਆਪ ਜੀ ਦੇ ਬਾਰੇ ਮੈਂ ਸੋਝੀ ਰੱਖਦਾ ਸਾਂ ਉਹ ਕਹਿ ਕੇ ਰਾਜੇ ਭੀਮ ਚੰਦ ਨੂੰ ਸੁਣਾਈ ਜੀ। ਸੁਨਤ ਸੁਜਸ ਕੋ ਬਹੁਤ ਆਨੰਦਾ, ਮਧੁਰ ਸ਼ਬਦ ਕਨ ਮੋਰ ਮਨਿੰਦਾ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦਾ ਜਾਸ ਵਡਿਆਈ ਸੁਣ ਕੇ ਸਾਡਾ ਰਾਜਾ ਭੀਮ ਚੰਦ ਬੜਾ ਆਨੰਦ ਪ੍ਰਸੰਨ ਹੋਇਆ ਹਿਰਦੇ ਵਿੱਚ। ਮਧੁਰ ਸ਼ਬਦ ਘਨ ਮੋਰ ਮਨਿੰਦਾ, ਜਿਵੇਂ ਮਿੱਠੇ ਬੱਦਲ ਦੀ ਆਵਾਜ਼ ਸੁਣ ਕੇ ਮੋਰ ਦੇ ਮਨ ਨੂੰ ਚਾਉ ਹੁੰਦਾ ਹੈ, ਇਉਂ ਆਪ ਜੀ ਦੀ ਮਹਿਮਾ ਵਡਿਆਈ ਦੇ ਮਿੱਠੇ ਬਚਨ ਸੁਣ ਕੇ ਰਾਜੇ ਭੀਮ ਚੰਦ ਨੂੰ ਬੜਾ ਆਨੰਦ ਹੋਇਆ ਹੈ। ਅਭਿਲਾਖਤ ਜਤ ਦਰਸ ਤੁਮਾਰਾ, ਮੋਹਿ ਪਠਾਇਓ ਏਵ ਉਚਾਰਾ। ਹੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਰਾਜਾ ਭੀਮ ਚੰਦ ਦੇ ਹਿਰਦੇ ਵਿੱਚ ਹੁਣ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ, ਉਹ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਵਜ਼ੀਰ ਦੇਵੀਦਾਸ ਕਹਿੰਦਾ ਤੁਹਾਡੇ ਪਾਸ ਰਾਜੇ ਨੇ ਭੇਜਣਾ ਕੀਤਾ ਹੈ। ਉਤ ਗੁਰ ਕੋ ਘਰ ਇਤ ਹਮ ਰਾਜੇ, ਨਿਕਟ ਬਸੰਤੇ ਪੁਰ ਵਹਿ ਕਾਜੇ। ਇਸ ਤਰ੍ਹਾਂ ਰਾਜਾ ਭੀਮ ਚੰਦ ਦਾ ਭੇਜਿਆ ਹੋਇਆ ਵਜ਼ੀਰ ਦੇਵੀਦਾਸ ਕਹਿਣ ਲੱਗਾ, ਮਹਾਰਾਜ ਮੈਨੂੰ ਰਾਜੇ ਭੀਮ ਚੰਦ ਨੇ ਤੁਹਾਡੇ ਵੱਲ ਭੇਜਿਆ ਤੇ ਇਉਂ ਹੁਕਮ ਕੀਤਾ ਹੈ ਬਈ ਉਤ ਗੁਰ ਕੋ ਘਰ ਇਤ ਹਮ ਰਾਜੇ, ਵੀ ਉਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਘਰ ਹੈ, ਇਧਰ ਅਸੀਂ ਰਾਜੇ ਹਾਂ। ਨਿਕਟ ਬਸੰਤੇ ਪੁਰ ਵਹਿ ਕਾਜੇ, ਨੇੜੇ ਵਸਣ ਦੇ ਨਾਲ ਸਾਡੇ ਦੋਹਾਂ ਦੇ ਇੱਕ ਦੂਸਰੇ ਦੇ ਕਾਰਜ ਜਿਹੜੇ ਆ ਪੂਰੇ ਹੋ ਜਾਣਗੇ। ਹਮਰੋ ਕਿਦੋਂ ਗੁਰੂ ਕੋ ਹੋਏ, ਕਰਹਿ ਸੁਧਾਰ ਹੈ ਮਿਲ ਦਿਸ ਦੋਏ। ਹਾਂ, ਚਾਹੇ ਹਮਰੋ ਸਾਡਾ ਕੋਈ ਕੰਮ ਹੋਵੇ ਜਾਂ ਫਿਰ ਗੁਰੂ ਪਾਤਸ਼ਾਹ ਨੂੰ ਸਾਡੇ ਤਾਈਂ ਕੋਈ ਕੰਮ ਹੋਵੇ। ਰਾਜੇ ਭੀਮ ਚੰਦ ਨੇ ਆਪਣੇ ਵਜ਼ੀਰ ਦੇਵੀਦਾਸ ਨੂੰ ਇਉਂ ਸਮਝਾ ਕੇ ਭੇਜਿਆ। ਦੇਵੀਦਾਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਰਾਜਾ ਭੀਮ ਚੰਦ ਕਹਿੰਦਾ ਹੈ ਹਮਰੋ, ਜੇ ਸਾਡਾ ਕੋਈ ਕੰਮ ਹੋਏਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਤਾਈਂ ਤੇ ਉਹ ਸਤਿਗੁਰੂ ਪੂਰਾ ਕਰ ਦਿਆ ਕਰਨਗੇ, ਜੇ ਗੁਰੂ ਪਾਤਸ਼ਾਹ ਨੂੰ ਸਾਡੇ ਤਾਈਂ ਕੋਈ ਕੰਮ ਹੋਏਗਾ ਉਹ ਅਸੀਂ ਪੂਰਾ ਕਰ ਦਿਆ ਕਰਾਂਗੇ। ਕਰਹਿ ਸੁਧਰ ਹੈ ਮਿਲੈ ਦਿਸ ਦੋਏ, ਇਸ ਤਰ੍ਹਾਂ ਇੱਕ ਦੂਸਰੇ ਦੇ ਕੰਮ ਕਾਜ ਅਸੀਂ ਕਰਾਂਗੇ ਤੇ ਸਾਡੇ ਜਿਹੜੇ ਸਾਰੇ ਕਾਜ ਸੁਧਰ ਜਾਣਗੇ, ਦੋਨੋਂ ਦਿਸ਼ਾਵਾਂ ਦੇ ਦੋਨਾਂ ਪੱਖਾਂ ਦੇ ਸਾਡੇ ਕੰਮ ਕਾਜ ਸੁਧਰੇ ਰਹਿਣਗੇ। ਆਦਿਕ ਲਖ ਲਾਭ ਵਿਸਾਲਾ, ਚਹਿਤ ਮੇਲ ਨਿਤ ਕੋ ਮਹਿਪਾਲਾ। ਇਉਂ ਕਵੀ ਸੰਤੋਖ ਸਿੰਘ ਜੀ ਕਹਿੰਦੇ, ਇਸ ਤੋਂ ਆਦ ਲੈ ਕੇ
ਵਜ਼ੀਰ ਦੇਵੀਦਾਸ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਬਹੁਤਾ ਲਾਭ ਰਾਜੇ ਭੀਮ ਚੰਦ ਨੇ ਜਾਣਿਆ ਆਪਸੀ ਮਿਲਾਪ ਦੇ ਵਿੱਚ। ਤੁਹਾਡੇ ਰਾਜੇ ਭੀਮ ਚੰਦ ਦੇ ਮਿਲਾਪ ਵਿੱਚ ਰਾਜੇ ਭੀਮ ਚੰਦ ਨੇ ਜਾਣਿਆ ਵੀ ਬਹੁਤਾ ਲਾਭ ਹੋਏਗਾ। ਤੇ ਚਹਿਤ ਮੇਲ ਨਿਤ ਕੋ ਮਹਿ ਪਾਲਾ, ਮਹਾਰਾਜ ਸੱਚੇ ਪਾਤਸ਼ਾਹ, ਇਸ ਕਰਕੇ ਸਾਡਾ ਰਾਜਾ ਭੀਮ ਚੰਦ ਤੁਹਾਨੂੰ ਮਿਲਣ ਦੀ ਰੋਜ਼ ਇੱਛਾ ਜ਼ਾਹਰ ਕਰਦਾ ਹੈ, ਭਾਵ ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ। ਆਬਤ ਕੋ ਸਨਮਾਨ ਵਖਾਨਹੁ, ਬਧੈ ਪ੍ਰੇਮ ਜਿਮ ਕਰੁਣਾ ਠਾਨਹੁ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਾਡਾ ਰਾਜਾ ਭੀਮ ਚੰਦ ਤੁਹਾਡੇ ਦਰਸ਼ਨ ਕਰਨ ਵਾਸਤੇ ਆਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਉਹਦਾ ਤੁਸੀਂ ਸਨਮਾਨ ਰੱਖਣਾ ਜੀ, ਸਨਮਾਨ ਕਰ ਲੈਣਾ। ਤੇ ਬਧੈ ਪ੍ਰੇਮ ਜਿਮ ਕਰੁਣਾ ਠਾਨੋ, ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਤੁਹਾਡਾ ਤੇ ਰਾਜੇ ਭੀਮ ਚੰਦ ਦਾ ਆਪਸ ਵਿੱਚ ਪ੍ਰੇਮ ਵੱਧ ਜਾਵੇ, ਇਉਂ ਆਪ ਕਿਰਪਾ ਕਰਨੀ ਜੀ। ਸ੍ਰੀ ਕਲਗੀਧਰ ਕੋ ਰੁਖ ਪਾਏ, ਮਾਤੁਲ ਉਤਰ ਦੇਸ ਬਨਾਏ। ਹਾਂ, ਇਸ ਤਰ੍ਹਾਂ ਭਾਈ ਵਜ਼ੀਰ ਦੇਵੀਦਾਸ ਮਹਾਰਾਜ ਨੂੰ ਕਹਿਣ ਲੱਗਾ, ਸਤਿਗੁਰੂ ਜੀ ਰਾਜੇ ਭੀਮ ਚੰਦ ਨੇ ਜਦੋਂ ਤੁਹਾਡੇ ਦਰਸ਼ਨ ਕਰਨ ਆਉਣਾ, ਤੁਸੀਂ ਉਹਨੂੰ ਸਨਮਾਨ ਦਿਓ ਤੇ ਉਹਦੇ ਨਾਲ ਜਿਸ ਤਰ੍ਹਾਂ ਵੀ ਪ੍ਰੇਮ ਵਧੇ ਉਸ ਤਰ੍ਹਾਂ ਦੀ ਕਿਰਪਾ ਕਰਨਾ ਕਰਿਓ। ਸ੍ਰੀ ਕਲਗੀਧਰ ਕੋ ਰੁਖ ਪਾਏ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਖਿਆਲ ਹੈ, ਮਾਮਾ ਕਿਰਪਾਲ ਚੰਦ ਜੀ ਨੇ ਜਾਣਿਆ ਮਾਤੁਲ ਉੱਤਰ ਦੀਸ ਬਣਾਏ। ਮਾਮਾ ਕਿਰਪਾਲ ਚੰਦ ਜੀਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਰੁਖ ਜਾਣਿਆ। ਸਤਿਗੁਰਾਂ ਦੀ ਇੱਛਾ ਸਮਝ ਕੇ ਨਾ ਮਹਾਰਾਜ ਕੀ ਕਹਿਣਾ ਚਾਹੁੰਦੇ ਹੈ, ਤਦੋਂ ਫਿਰ ਮਾਮਾ ਕਿਰਪਾਲ ਚੰਦ ਜੀ ਨੇ ਬਚਨ ਕੀਤਾ ਬਣਾ ਕੇ, ਸਮਝਾ ਕੇ। ਜੇ ਪ੍ਰੇਮੀ ਗੁਰ ਘਰ ਕੋ ਹੋਏ, ਆਦਰ ਕਯੋ ਨਾ ਪਾਏ ਢਿਗ ਸੋਏ। ਮਾਮਾ ਕਿਰਪਾਲ ਚੰਦ ਜੀ ਦੇਵੀਦਾਸ ਵਜ਼ੀਰ ਨੂੰ ਕਹਿਣ ਲੱਗੇ, ਕਹਿੰਦੇ ਦੇਵੀਦਾਸ, ਜੇ ਤੁਹਾਡਾ ਰਾਜਾ ਭੀਮ ਚੰਦ ਗੁਰੂ ਘਰ ਦਾ ਪ੍ਰੇਮੀ ਹੋ ਕੇ ਆਵੇਗਾ ਨਾ, ਜੇ ਗੁਰੂ ਘਰ ਦਾ ਉਹਦੇ ਹਿਰਦੇ ਵਿੱਚ ਪ੍ਰੇਮ ਹੋਏਗਾ, ਆਦਰ ਕਿਉਂ ਨਾ ਪਾਏ ਢਿਗ ਸੋਏ, ਫਿਰ ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲੋਂ ਉਹਨੂੰ ਆਦਰ ਨਹੀਂ ਮਿਲੇਗਾ। ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦਾ ਜੇ ਪ੍ਰੇਮ ਰਾਜੇ ਭੀਮ ਚੰਦ ਨੂੰ ਹੋਏਗਾ ਨਾ, ਤੇ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜ਼ਰੂਰ ਉਹਦਾ ਸਤਿਕਾਰ ਕਰਨਗੇ। ਜਥਾ ਭਾਵਨਾ ਹਿਰਦੈ ਉਠਾਵੈ, ਸ੍ਰੀ ਸਤਿਗੁਰ ਤੇ ਤਤ ਸੈਨ ਪਾਵੈ। ਕਹਿੰਦੇ ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ, ਦੇਵੀਦਾਸ ਵਜ਼ੀਰ ਤਾਈ ਵੀ ਜਥਾ ਭਾਵਨਾ ਹਿਰਦੈ ਉਠਾਵੈ, ਕੋਈ ਵੀ ਜੀਵ ਜਿਸ ਤਰ੍ਹਾਂ ਦੀ ਸ਼ਰਧਾ ਭਾਵਨਾ ਭਾਈ ਆਪਣੇ ਹਿਰਦੇ ਵਿੱਚ ਰੱਖਦਾ ਹੈ, ਸ੍ਰੀ ਸਤਿਗੁਰ ਤੇ ਤਤ ਛਿਨ ਪਾਵੈ, ਉਹਦੀ ਸ਼ਰਧਾ ਦੀ ਪੂਰਤੀ ਗੁਰੂ ਨਾਨਕ ਦੇ ਘਰੋਂ ਤੁਰੰਤ ਪੂਰੀ ਹੋ ਜਾਂਦੀ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਜੈਸੋ ਜੈਸੋ ਭਾਓ ਤੈਸੀ ਭਾਵਨਾ ਪੁਜਾਵਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੋ ਜੀ ਭਾਵਨਾ ਕਿਸੇ ਦੇ ਹਿਰਦੇ ਵਿੱਚ ਹੋਵੇ, ਗੁਰੂ ਨਾਨਕ ਦੇ ਘਰੋਂ ਉਹੋ ਜੀ ਪੂਰੀ ਹੋ ਜਾਂਦੀ ਹੈ। ਇਉਂ ਮਾਮਾ ਕਿਰਪਾਲ ਚੰਦ ਜੀ ਨੇ ਵੀ ਦੇਵੀਦਾਸ ਵਜ਼ੀਰ ਨੂੰ ਸਮਝਾਇਆ ਵੀ ਜਿਹੋ ਜੀ ਤੇਰੇ ਰਾਜੇ ਦੇ ਹਿਰਦੇ 'ਚ ਭਾਵਨਾ ਹੋਏਗੀ, ਸਤਿਗੁਰੂ ਉਹੋ ਜੀ ਪੂਰੀ ਕਰ ਦੇਣਗੇ। ਇਹ ਤੋ ਕਿਰਪਾ ਸਕਲ ਪਰ ਧਰੈ, ਰੰਕ ਰਾਵ ਕੀ ਕਾਮਨ ਪੁਰੈ। ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਦਾ ਕਿਰਪਾਲੂ ਦਿਆਲੂ ਨੇ, ਇਹ ਤਾਂ ਸਦੀਵ ਸਾਰਿਆਂ ਤੇ ਸਦਾ ਹੀ ਕਿਰਪਾ ਕਰਦੇ ਨੇ। ਕੋਈ ਰੰਕ ਹੋਵੇ, ਗਰੀਬ ਹੋਵੇ, ਕੋਈ ਰਾਵ ਰਾਜਾ ਹੋਵੇ, ਸਾਰਿਆਂ ਦੀਆਂ ਕਾਮਨਾਵਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਪੂਰੀਆਂ ਕਰਦੇ ਹਨ। ਭੀਮ ਚੰਦ ਕਹਿਲੂਰੀ ਰਾਜਾ, ਦੁਤਿਯ ਗੁਰੂ ਪ੍ਰੇਮ ਉਪਰਾਜਾ। ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ ਵੀ ਇਹ ਤੇ ਬਹੁਤ ਚੰਗੀ ਗੱਲ ਹੈ। ਇੱਕ ਪਾਸੇ ਭੀਮ ਚੰਦ ਕਹਿਲੂਰੀ ਰਾਜਾ, ਭੀਮ ਚੰਦ ਹੈ ਜਿਹੜਾ ਉਹ ਕਹਿਲੂਰ ਦਾ ਰਾਜਾ ਹੈ। ਇੱਕ ਤੇ ਉਹ ਰਾਜਾ ਦੁਤਿਯੋ ਗੁਰੂ ਪ੍ਰੇਮ ਉਪਰਾਜਾ, ਦੂਜਾ ਉਹਦੇ ਹਿਰਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰੇਮ ਪ੍ਰਗਟ ਹੋਇਆ ਹੈ। ਤ੍ਰਿਤੀਏ ਵਾਸ ਸਮੀਪ ਸਦੀਵਾ, ਮਿਲਨ ਸਿਹਤ ਪੁਨ ਕਰ ਮਨ ਨੀਵਾ। ਹਾਂ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਤਾਈ ਮਾਮਾ ਕਿਰਪਾਲ ਚੰਦ ਜੀ ਕਹਿੰਦੇ ਇੱਕ ਤਾਂ ਰਾਜਾ ਹੈ ਭੀਮ ਚੰਦ, ਦੂਜਾ ਉਹਦੇ ਹਿਰਦੇ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪ੍ਰਤੀ ਪ੍ਰੇਮ ਹੈ। ਤ੍ਰਿਤੀਏ ਵਾਸ ਸਮੀਪ ਸਦੀਵਾ, ਤੀਜਾ ਰਾਜਾ ਭੀਮ ਚੰਦ ਸਦੀਵ ਸ਼੍ਰੀ ਅਨੰਦਪੁਰ ਸਾਹਿਬ ਦੇ ਨੇੜੇ ਹੀ ਵੱਸਦਾ ਹੈ, ਉਹਦਾ ਨਿਵਾਸ ਵੀ ਸ਼੍ਰੀ ਅਨੰਦਪੁਰ ਸਾਹਿਬ ਦੇ ਨੇੜੇ ਹੀ ਹੈ। ਮਿਲਨ ਸਾਹਿਤ ਪੁਨ ਕਰ ਮਨ ਨੀਵਾ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਜੇ ਰਾਜਾ ਭੀਮ ਚੰਦ ਮਨ ਨੀਵਾ ਕਰਕੇ, ਚੌਥੀ ਗੱਲ ਇਹ ਹੈ ਵੀ ਬੜਾ ਪ੍ਰੇਮ ਦੇ ਸਹਿਤ ਹੋ ਕੇ ਮਨ ਨੂੰ ਨੀਵਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਜੇ ਮਿਲਣਾ ਚਾਹੁੰਦਾ ਹੈ। ਇਤ ਆਦਿਕ ਗੁਣ ਘਨੇ ਵਿਚਾਰ ਹੋ, ਆਪ ਹੋ ਭਲੀ ਬਾਤ ਨਿਰਧਾਰ ਹੋ। ਹਾਂ, ਜੇ ਮਨ ਨੀਵਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਮਿਲਣਾ ਚਾਹੁੰਦਾ, ਇਸ ਤੋਂ ਆਦ ਲੈ ਕੇ ਇਹ ਵਜ਼ੀਰ ਦੇਵੀਦਾਸ ਇਹ ਘਣੇ ਬਹੁਤੇ ਗੁਣ ਜਿਹੜੇ ਆ ਇਹ ਵਿਚਾਰਨਾ ਕਰੋ, ਤੇ ਜੇ ਇਹ ਗੁਣ ਰਾਜੇ ਭੀਮ ਚੰਦ ਦੇ ਅੰਦਰ ਹਨ ਤੇ ਆਵੋ ਭਲੀ ਬਾਤ ਨਿਰਧਾਰੋ। ਇਹ ਤਾਂ ਬਹੁਤ ਚੰਗੀ ਗੱਲ ਹੈ ਵੀ ਜਿਹੜਾ ਰਾਜਾ ਭੀਮ ਚੰਦ ਹੈ ਉਹ ਖੁਸ਼ੀ ਨਾਲ ਮਹਾਰਾਜ ਦੇ ਪਾਸ ਆਵੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ, ਇਹਦੇ ਵਿੱਚ ਕੋਈ ਸ਼ੰਕਾ ਨਹੀਂ। ਮੁਸਕਾਬਤ ਕਲਗੀਧਰ ਕਹਿਓ, ਗਿਰਪਤ ਸ਼ੋਕ ਕਾਹੇ ਬਹੁ ਲਹਿਓ। ਫੇਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਮੁਸਕਰਾਉਂਦਿਆਂ ਹੋਇਆਂ ਮੁਖੋਂ ਵਚਨ ਕੀਤੇ। ਸਤਿਗੁਰੂ ਕਲਗੀਧਰ ਪਾਤਸ਼ਾਹ ਦੇਵੀਦਾਸ ਵਜ਼ੀਰ ਨੂੰ ਕਹਿਣ ਲੱਗੇ, ਗਿਰਪਤ ਸ਼ੌਕ ਕਾਹੇ ਬਹੁ ਲਹਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਤੇਰੇ ਰਾਜੇ ਨੂੰ
ਕਿਹਦਾ ਕਿਹੋ ਜਿਹਾ ਸ਼ੌਂਕ ਹੈ, ਬਹੁਤਾ ਕਿਹੋ ਜਿਹਾ ਸ਼ੌਂਕ ਰੱਖਦਾ ਹੈ ਰਾਜਾ ਭੀਮ ਚੰਦ। ਕਰਨ ਅਖੀਰ ਕਤਕ ਮਨ ਭਾਵੈ, ਕੈਸੋ ਅਸ ਪਰ ਚੜਨ ਸੁਹਾਵੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸ਼ਿਕਾਰ ਖੇਡਣਾ ਤੇਰੇ ਰਾਜੇ ਦੇ ਮਨ ਨੂੰ ਕਿੰਨਾ ਕੁ ਭਾਉਂਦਾ ਹੈ। ਮਹਾਰਾਜ ਕਹਿੰਦੇ ਕੈਸੋ ਅਸ ਪਰ ਚੜਨ ਨੂੰ ਸੁਹਾਵੈ, ਕਿਸ ਤਰ੍ਹਾਂ ਦੀ ਘੋੜਾ ਸਵਾਰੀ ਕਰਨੀ ਜਾਣਦਾ ਹੈ। ਘੋੜਾ ਸਵਾਰੀ ਚੰਗੀ ਲੱਗਦੀ ਹੈ ਕਿ ਨਹੀਂ ਲੱਗਦੀ। ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹਨ। ਕਿਸ ਅਯੁੱਧ ਕੋ ਹੈ ਅਭਿਆਸਾ, ਰਖੈ ਤੂੰ ਫੰਦ ਕੈ ਚਾਪ ਸੋ ਪਾਸਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਸਤਿਗੁਰੂ ਜੀ ਕਹਿੰਦੇ ਕਿਸ ਆਯੁੱਧ ਕੋ ਹੈ ਅਭਿਆਸਾ, ਰਾਜਾ ਭੀਮ ਚੰਦ ਕਿਹੜੇ ਸ਼ਸਤਰ ਦਾ ਬਹੁਤਾ ਅਭਿਆਸ ਕਰਦਾ। ਮਹਾਰਾਜ ਕਹਿੰਦੇ ਕਿਹੜਾ ਸ਼ਸਤਰ ਰਾਜੇ ਭੀਮ ਚੰਦ ਨੂੰ ਬਹੁਤਾ ਪਸੰਦ ਹੈ। ਰਖੈ ਤੁਪੰਗ ਕਿ ਚਾਂਪ ਸੋ ਪਾਸਾ। ਮਹਾਰਾਜ ਕਹਿੰਦੇ ਰਾਜਾ ਭੀਮ ਚੰਦ ਆਪਣੇ ਪਾਸ ਰਾਈਫਲ ਰੱਖਦਾ ਹੈ ਜਾਂ ਤੀਰ ਕਮਾਨ ਬਹੁਤਾ ਰੱਖਦਾ ਹੈ। ਸਤਿਗੁਰੂ ਜੀ ਪੁੱਛ ਰਹੇ ਨੇ, ਕੌਣ ਸੁਥਲ ਮਹਿ ਸੁਨਿਓ ਨਗਾਰਾ, ਜਿਸ ਤੇ ਆਵਨ ਕੋ ਮਨ ਧਾਰਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਰਾਜੇ ਭੀਮ ਚੰਦ ਨੇ ਜਦੋਂ ਅਸੀਂ ਨਗਾਰਾ ਵਜਾਇਆ ਸੀ, ਉਦੋਂ ਰਾਜਾ ਭੀਮ ਚੰਦ ਕਿੱਥੇ ਸੀ ਜਿੱਥੇ ਉਹਨੂੰ ਆਵਾਜ਼ ਸੁਣੀ ਨਗਾਰੇ ਦੀ। ਸਤਿਗੁਰੂ ਜੀ ਕਹਿੰਦੇ ਜਿਸ ਤੇ ਆਵਨ ਕੋ ਮਨ ਧਾਰਾ, ਕਿੱਥੇ ਬੈਠਿਆ ਰਾਜੇ ਭੀਮ ਚੰਦ ਨੇ ਆਵਾਜ਼ ਸੁਣੀ ਤੇ ਜਿਸ ਕਰਕੇ ਉਹਦਾ ਸਾਡੇ ਪਾਸ ਆਉਣ ਨੂੰ ਮਨ ਕੀਤਾ। ਮਹਾਰਾਜ ਕਹਿੰਦੇ ਉਹਨੇ ਆਪਣੇ ਮਨ ਵਿੱਚ ਇਹ ਗੱਲ ਧਾਰਨ ਕੀਤੀ ਹੈ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨੇ ਹੈ। ਇਹ ਕਿਸ ਥਾਂ ਬੈਠੇ ਨੇ ਆਵਾਜ਼ ਸੁਣੀ ਤੇ ਕਿਵੇਂ ਉਹਦੇ ਮਨ ਵਿੱਚ ਵਿਚਾਰ ਆਈ। ਹਾਥ ਜੋੜ ਕਹਿ ਅਰਜ ਵਜੀਰ, ਗਰਪਤ ਭੀਮ ਚੰਦ ਬਰ ਵੀਰ। ਦੋਨੋਂ ਹੱਥ ਜੋੜ ਕੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੁੱਛਿਆ ਤੇ ਹੱਥ ਜੋੜ ਕੇ ਵਜ਼ੀਰ ਦੇਵੀਦਾਸ ਨੇ ਮਹਾਰਾਜ ਜੀਆਂ ਨੂੰ ਅਰਜ਼ ਕੀਤੀ, ਬੇਨਤੀ ਕੀਤੀ, ਗਿਰਪਤ ਭੀਮ ਚੰਦ ਬਰ ਵੀਰ, ਕਿ हे ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਰਾਜਾ ਭੀਮ ਚੰਦ ਬੜਾ ਬਲਵਾਨ ਹੈ, ਬਲ ਵਾਲਾ ਰਾਜਾ ਹੈ। ਸੈਲਪਤੀ ਸਭ ਆਇਸਮਾਨ ਹੈ, ਸੁਮਤ ਬੰਤ ਅਤ ਮਸਲਤ ਨਾਨ ਹੈ। ਹਾਂ, ਜਿੰਨੇ ਵੀ ਪਹਾੜੀ ਰਾਜੇ ਨੇ ਉਹ ਰਾਜੇ ਭੀਮ ਚੰਦ ਦੀ ਆਗਿਆ ਮੰਨਦੇ ਆ। ਬਾਕੀ ਸਾਰੇ ਰਾਜੇ ਭਾਈ ਰਾਜੇ ਭੀਮ ਚੰਦ ਦੇ ਅਧੀਨ ਚੱਲਦੇ ਸੀ। ਇਹ ਰਾਜਾ ਭੀਮ ਚੰਦ 22 ਧਾਰ ਦੇ ਰਾਜਿਆਂ ਦਾ ਮੋਢੀ ਰਾਜਾ, ਮੁਖੀ ਰਾਜਾ ਹੈ। ਤੋ ਇਸ ਤਰ੍ਹਾਂ ਵਜ਼ੀਰ ਕਹਿਣ ਲੱਗਾ, ਮਹਾਰਾਜ ਜਿੰਨੇ ਪਹਾੜੀ ਰਾਜੇ ਨੇ ਉਹ ਸਾਰੇ ਰਾਜੇ ਭੀਮ ਚੰਦ ਦੀ ਆਗਿਆ ਵਿੱਚ ਚੱਲਦੇ ਨੇ ਤੇ ਸੁਮਤ ਬੰਤ ਅਤ ਮਸਲਤ ਠਾਨੈ, ਬੜੇ ਸਿਆਣੇ ਸਿਆਣੇ ਜਿਹੜੇ ਰਾਜੇ ਹੈ ਉਹ ਰਾਜੇ ਭੀਮ ਚੰਦ ਦੀ ਸਲਾਹ ਲੈ ਕੇ ਚੱਲਦੇ ਆ। ਰਾਜੇ ਭੀਮ ਚੰਦ ਦੇ ਨਾਲ ਹੀ ਸਲਾਹ ਮਸ਼ੂਰਾ ਕਰਦੇ ਆ ਜਦੋਂ ਕੁਝ ਕਰਨਾ ਹੋਵੇ। ਰਾਜ ਨੀਤ ਮਹਿਨ ਪੁੰਨ ਬਸਾਲਾ, ਸਭ ਤੇ ਅਦਕ ਚਮੂ ਤਿਸ ਨਾਲਾ। ਬਾਕੀ ਮਹਾਰਾਜ ਸੱਚੇ ਪਾਤਸ਼ਾਹ ਰਾਜਨੀਤੀ ਵਿੱਚ ਵੀ ਰਾਜਾ ਭੀਮ ਚੰਦ ਬੜਾ ਨਿਪੁੰਨ ਹੈ। ਬਹੁਤੀ ਰਾਜਨੀਤੀ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਬੁੱਧੀ ਰੱਖਦਾ ਹੈ। ਸਭ ਤੇ ਅਦਕ ਚਮੂ ਤਿਸ ਨਾਲਾ, ਸਾਰੇ ਰਾਜਿਆਂ ਨਾਲੋਂ ਵੱਧ ਸੈਨਾ ਰਾਜੇ ਭੀਮ ਚੰਦ ਦੇ ਨਾਲ ਚੱਲਦੀ ਹੈ। ਕਬ ਕਬ ਚੜ੍ਹੈ ਅਖੀਰ ਕਰਨ ਕੋ, ਬਹੁ ਅਵਿਆ ਸਤ ਸ਼ਾਸਤਰ ਧਰਨ ਕੋ। ਹਾਂ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਜਾ ਭੀਮ ਚੰਦ ਕਦੇ ਕਦੇ ਕਬ ਚੜ੍ਹੈ ਅਖੀਰ ਕਰਨ ਕੋ, ਕਦੇ ਕਦੇ ਸ਼ਿਕਾਰ ਖੇਡਣ ਵਾਸਤੇ ਚੜ੍ਹਦਾ ਤੇ ਬਹੁ ਅਭਿਆਸਤ ਸ਼ਸਤਰ ਧਰਨ ਕੋ। ਬਾਕੀ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਸਤਰਾਂ ਦਾ ਅਭਿਆਸ ਕਰਨ ਦੀ ਵੀ ਬਹੁਤ ਇੱਛਾ ਰੱਖਦਾ, ਸ਼ਸਤਰਾਂ ਦਾ ਵੀ ਬਹੁਤ ਅਭਿਆਸ ਕਰਦਾ ਹੈ। ਤੁਮ ਸ਼ਿਕਾਰ ਕੋ ਕਰਨ ਗਏ ਜਬ, ਨਿਜ ਗ੍ਰਾਮਨ ਮਹਿ ਨਿਕਟ ਹੁਤ ਤਬ। ਹੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਜਦੋਂ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਸ਼ਿਕਾਰ ਖੇਡਣ ਵਾਸਤੇ ਗਏ ਸਾਂ ਤੇ ਉਸ ਵੇਲੇ ਜਿਹੜਾ ਰਾਜਾ ਭੀਮ ਚੰਦ ਹੈ ਉਹ ਆਪਣੇ ਨਗਰ, ਆਪਣੇ ਸ਼ਹਿਰ ਬਿਲਾਸਪੁਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਆਇਆ ਹੋਇਆ ਸੀ, ਉੱਥੇ ਬੈਠਾ ਹੋਇਆ ਸੀ। ਦੇਹ ਆਗਿਆ ਅਬ ਲੈ ਕਰ ਆਉ, ਸੁਧ ਰਾਵਰ ਕੀ ਸ਼ਕਲ ਸੁਨਾਉ। ਹੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਆਪ ਜੀਆਂ ਦੀ ਆਗਿਆ ਹੋਵੇ, ਹੁਕਮ ਹੋਵੇ ਤੇ ਮੈਂ ਰਾਜੇ ਭੀਮ ਚੰਦ ਨੂੰ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਲੈ ਕਰਕੇ ਆਵਾਂ ਤੇ ਜਿਹੜੀ ਆਪ ਜੀ ਦੀ ਖਬਰ ਹੈ ਉਹ ਸਾਰੀ ਜਾ ਕੇ ਰਾਜੇ ਭੀਮ ਚੰਦ ਨੂੰ ਸੁਣਾਉਣਾ ਕਰਾਂ ਜੀ। ਬਹੁ ਮੋਲਾ ਸਿਰ ਪਾਉ ਮੰਗਾਇਓ, ਕਰ ਗੁਰ ਹੁਕਮ ਵਜ਼ੀਰ ਦਿਖਵਾਇਓ। ਇਸ ਤਰ੍ਹਾਂ ਭਾਈ ਫਿਰ ਬਹੁਤੇ ਮੁੱਲ ਦਾ ਜਦੋਂ ਵਜ਼ੀਰ ਦੇਵੀਦਾਸ ਨੇ ਆਗਿਆ ਮੰਗੀ, ਮਹਾਰਾਜ ਮੈਨੂੰ ਜਾਣ ਦੀ ਆਗਿਆ ਦਿਓ, ਮੈਂ ਰਾਜੇ ਭੀਮ ਚੰਦ ਨੂੰ ਜਾ ਕੇ ਆਪ ਜੀ ਦੀ ਖਬਰ ਦੇਵਾਂ ਤੇ ਉਹਨੂੰ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਨਾਲ ਲੈ ਕੇ ਆਵਾਂ। ਤੇ ਸਤਿਗੁਰੂ ਮਹਾਰਾਜ ਨੇ ਇਹਦਾ ਰੁਖ ਜਾਣ ਕੇ ਬਹੁਤੇ ਮੁੱਲ ਦਾ ਸਰੋਪਾ ਮੰਗਵਾਇਆ ਹੈ ਤੇ ਹੁਕਮ ਕਰਕੇ ਮਹਾਰਾਜ ਜੀ ਨੇ ਵਜ਼ੀਰ ਦੇਵੀਦਾਸ ਨੂੰ ਸਰੋਪਾ ਉਹ ਗੁਰੂ ਘਰ ਵੱਲੋਂ ਦੇਣਾ ਕੀਤਾ ਹੈ। ਕਰ ਬੰਧਨ ਕੋ ਰੁਖਸਤ ਹੋਇਓ, ਹਰਖਤ ਬਹੁ ਸੁਸ਼ੀਲ ਜਤ ਜੋਇਓ। ਫੇਰ ਭਾਈ ਇਹ ਰਾਜਾ ਭੀਮ ਚੰਦ ਦਾ ਭੇਜਿਆ ਹੋਇਆ ਵਜ਼ੀਰ ਦੇਵੀਦਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਾਸੋਂ ਅਨਮੋਲ ਸਿਰਪਾਓ ਪ੍ਰਾਪਤ ਕਰਕੇ ਬਹੁਤ ਖੁਸ਼ ਪ੍ਰਸੰਨ ਹੋਇਆ। ਕਰ ਬੰਧਨ ਕੋ ਰੁਖਸਤ ਹੋਇਓ, ਸਤਿਗੁਰਾਂ ਨੂੰ ਮੱਥਾ ਟੇਕ ਕੇ ਰੁਖਸਤ ਹੋਣਾ ਹੁੰਦਾ, ਵਿਹਲੇ ਹੋਣਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਗਿਆ ਪਾ ਕੇ ਸਰੋਪਾ ਪ੍ਰਾਪਤ ਕਰਕੇ ਮੱਥਾ ਟੇਕ ਕੇ ਵਜ਼ੀਰ ਦੇਵੀਦਾਸ ਸਤਿਗੁਰਾਂ ਦੇ ਪਾਸੋਂ ਵਾਪਸ ਚੱਲਿਆ। ਰਸਤੇ ਵਿੱਚ ਜਾਂਦਿਆਂ ਹਰਖਤ ਬਹੁਤ ਸੁਸ਼ੀਲ ਜੁਤ ਜੋ, ਬੜਾ ਪ੍ਰਸੰਨ ਹੋ ਰਿਹਾ। ਕਿਉਂ?
ਕਵੀ ਜੀ ਕਹਿੰਦੇ ਇਹਨੇ ਜਾਣਿਆ ਮਹਾਰਾਜ ਸੱਚੇ ਪਾਤਸ਼ਾਹ ਬੜੇ ਸ਼ਾਂਤ ਸੁਭਾਅ ਦੇ ਨੇ, ਬੜੇ ਪ੍ਰੇਮ ਕਰਨ ਵਾਲੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੂੰ ਬਹੁਤ ਮਿੱਠੇ ਸੁਭਾਅ ਦੇ ਜਾਣਿਆ ਹੈ ਵਜ਼ੀਰ ਦੇਵੀਦਾਸ ਨੇ। ਇਸ ਕਰਕੇ ਰਸਤੇ ਵਿੱਚ ਜਾਂਦਿਆਂ ਹਿਰਦੇ ਵਿੱਚ ਬਹੁਤ ਆਨੰਦ ਪ੍ਰਸੰਨ ਹੋ ਰਿਹਾ ਹੈ। ਇਸ ਤਰ੍ਹਾਂ ਭਾਈ ਇਹ ਰਾਜਾ ਭੀਮ ਚੰਦ ਦਾ ਭੇਜਿਆ ਹੋਇਆ ਵਜ਼ੀਰ ਦੇਵੀਦਾਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਕਰਕੇ ਸਤਿਗੁਰਾਂ ਦੇ ਨਾਲ ਰਾਜੇ ਭੀਮ ਚੰਦ ਨੂੰ ਮਿਲਾਉਣ ਦੀ ਆਗਿਆ ਪਾ ਕੇ ਵਾਪਸ ਚੱਲਿਆ। ਇੱਥੇ ਅੱਜ ਦੇ ਅੰਸੂ ਦੀ ਸੰਪੂਰਨਤਾ ਹੁੰਦੀ ਹੈ। ਸਤਿਗੁਰੂ ਦਿਆਲਤਾ ਕਰਨ, ਮਿਹਰ ਕਰਨ, ਇੰਨੇ ਕੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਆਪ ਸੰਗਤ ਨੇ ਕਰਨੀ। ਗੁਰੂ ਪਾਤਸ਼ਾਹ ਦਇਆ ਕਰਨ, ਅੱਗੋਂ ਤੋਂ ਆਤਮ ਵਿਸ਼ੈਣੀ ਬੁੱਧ ਦੀ ਦਾਤ ਬਖਸ਼ਿਸ਼ ਕਰਨ। ਪੜ੍ਹੀ ਸੁਣੀ ਵਿਚਾਰ ਸਾਡੇ ਸਭਨਾਂ ਦੇ ਹਿਰਦਿਆਂ ਤੇ ਵਸੇ, ਤਾਂ ਤੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕੀਏ। ਹੁਣ ਇੱਥੇ ਹੀ ਭਾਈ ਕਥਾ ਦੀ ਸਮਾਪਤੀ ਹੈ। ਇਹ ਆਪਾਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਅਗਲਾ ਪ੍ਰਸੰਗ ਜਿਸ ਤਰ੍ਹਾਂ ਰਾਜਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਣ ਆਏਗਾ, ਜਿਸ ਤਰ੍ਹਾਂ ਸਤਿਗੁਰੂ ਸਮਾਂ ਬਖਸ਼ਣਗੇ, ਰਲ ਮਿਲ ਕੇ ਵਿਚਾਰਨ ਪੜ੍ਹਨ ਸੁਣਨ ਦਾ ਯਤਨ ਕਰਾਂਗੇ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਬਹੁ ਮੋਲਾ ਸਿਰ ਪਾਉ ਮਗਾਇਓ, ਕਰ ਗੁਰ ਹੁਕਮ ਵਜ਼ੀਰ ਵਜ਼ੀਰ ਦਵਾਇਓ, ਕਰ ਬੰਧਨ ਕੋ ਰੁਖਸਦ ਹੋਇਓ, ਹਰਖਤ ਬਹੁ ਸੁਸ਼ੀਲ ਜੁਤ ਜੁਤ ਜੋਇਓ। हे अच्युत हे पार ब्रह्म अविनाशी अगनास, हे पूर्ण हे सर्व मैं दुख भंजन गुणतास, हे संगी हे निरंकार, हे निर्गुण सब टेक, हे गोविंद हे गुण निधान, जाकै सदा विवेक, हे अपरंपर हर हरे, है भी हो बनहार, हे संत कै सदा संग, निधारा आधार। हे ठाकुर हौ दासरो, मैं निर्गुण गुण नहीं कोय, नानक दीजै नाम दार, राखो हिय परोए। वाहिगुरु जी का खालसा, वाहिगुरु जी की फतेह।